ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੁੱਦੇ ਕੀ ਬਾਤ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਮੁੱਦੇ ਕੀ ਬਾਤ ਅੰਦਰ ਅੱਜ ਉਸ ਮੌਜੂ ਤੇ ਚਰਚਾ ਕਰਨੀ ਹੈ ਜੋ ਬਿਆਨ ਤ੍ਰਿਪੁਰਾ ਦੇ ਮੁੱਖ ਮੰਤਰੀ ਹੋਰਾਂ ਵੱਲੋਂ ਦਿੱਤਾ ਗਿਆ। ਬਿਆਨ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਜੇ ਨਹੀਂ ਸੁਣਿਆ ਹੋਊਗਾ ਇਸੇ ਪ੍ਰੋਗਰਾਮ 'ਚ ਸੁਣਾਵਾਂਗੇ, ਉਸ ਉੱਤੇ ਚਰਚਾ ਕਰਾਂਗੇ। ਸਿੱਖਾਂ ਤੇ ਜਾਟਾਂ ਕੋਲ ਜ਼ੋਰ ਹੁੰਦਾ, ਦਿਮਾਗ ਨਹੀਂ। ਕੀ ਤੁਸੀਂ ਵੀ ਇਹ ਸੋਚਦੇ ਹੋ? ਕਿਉਂਕਿ ਸਾਡੇ ਮੁਲਕ ਦੇ एक सूबे के एक मुख मंत्री की यह धारणा हैगी है कि उन्होंने को दिमाग नहीं होंदा। हालांकि ये कह के मुआफ़ी भी मंग ली जाती है और मुआफ़ी मंगते हुए कहा जाता जे किसी नूं ठेस पहुँची तो मैं खेमा दा जाचका। दिमाग घट है, साडा मुकाबला नहीं कर सकते। जे तुसी पूरी गल नूं सुनोगे तो उहदे विच ये गल आउंदी है दिमाग घट है, वो साडा मुकाबला नहीं कर सकते। मैं गल पुछनी चाहुंदा जनाब, ये तां दसो कि मुकाबला असीं कराउणा किस चीज़ दा है? जदों एक नेशन की गल करते हैं, एक वोट की गल करते हैं, जदों असीं यूनिटी की गल करते हैं, धर्म निरपक्ष मुल्क च रहण दे, सब नूं मिल के अगे लैके वधण दे, असीं ते साडे प्रधानमंत्री जी ये होका देंदे आ कि सारिआं ने एक हो के रह के अगे वधना है, असीं एक करन दी गल्लां करदे हैं, यूनिटी दीआं गल्लां करदे हैं, तां फिर असीं आपणिआं दे आपणिआं नाल मुकाबले काहदे करवाउणे? सानूं उन्हां मुकाबलिआं दी थोड़ी जी सांझ जरूर पा दिओ। ਜਦੋਂ ਕਿ ਤੁਹਾਡੀ ਪਾਰਟੀ ਜਿਹੜੀ ਹੈ ਇੱਕ ਨੇਸ਼ਨ ਦੇ ਨਾਅਰੇ ਲਾਉਂਦੀ ਹੋਈ ਸਾਰਿਆਂ ਨੂੰ ਚੋਣਾਂ ਇਕੱਠੇ ਕਰਾਉਣ ਦੇ ਲਈ ਲਾਮਬੰਦ ਕਰਦੀ ਹੈ ਤੇ ਤੁਸੀਂ ਤਰਕੀਬਾਂ ਇਸ ਤਰੀਕੇ ਦੀ ਲਾ ਰਹੇ ਹੋ ਕਿ ਉਹ ਸਾਡਾ ਮੁਕਾਬਲਾ ਨਹੀਂ ਕਰਦੇ, ਅਸੀਂ ਇੱਥੇ ਮੁਕਾਬਲੇ ਕਰਨ ਨੂੰ ਬੈਠੇ ਹਾਂ। ਜੇ ਸਾਡੇ ਕੋਲ ਜਾਂ ਸਿੱਖਾਂ ਕੋਲ ਜਾਂ ਜਾਟਾਂ ਕੋਲ ਜਿਨ੍ਹਾਂ ਨੂੰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹਨਾਂ ਕੋਲੇ ਦਿਮਾਗ ਨਹੀਂ, ਉਹਨਾਂ ਕੋਲੇ ਜ਼ੋਰ ਹੈ, ਕਿ ਜ਼ੋਰ ਨੂੰ ਵੇਖਦੇ ਹੋਏ ਪੰਜਾਬੀਆਂ ਦੇ ਸਿੱਖਾਂ ਦੇ ਪੁੱਤ ਮਰਵਾਉਣ ਲਈ ਚਾਈਨਾ ਬਾਰਡਰਾਂ ਤੇ ਪਾਕਿਸਤਾਨ ਬਾਰਡਰਾਂ ਦੇ ਉੱਤੇ ਲਾ ਦਿੱਤੇ ਜਾਂਦੇ ਆ ਕਿ ਇਹਨਾਂ ਕੋਲੇ ਜ਼ੋਰ ਹੁੰਦਾ, ਦਿਮਾਗ ਤਾਂ ਹੁੰਦਾ ਨਹੀਂ, ਇਹਨਾਂ ਨੇ ਕੋਈ ਸਵਾਲ ਤਾਂ ਪਾਉਣਾ ਨਹੀਂ, ਇਸ ਕਰਕੇ ਇਹਨਾਂ ਦੇ ਪੁੱਤ ਉੱਥੇ ਲਾ ਦਿਓ, ਉਹਨਾਂ ਨੂੰ ਉੱਥੇ ਮਰਵਾ ਦਿਓ, ਇਸੇ ਕਰਕੇ ਲਾਏ ਜਾਂਦੇ ਆ। ਜਾਂ ਫਿਰ ਉਹਨਾਂ ਨੂੰ ਲਾ ਲਓ ਜਿਨ੍ਹਾਂ ਕੋਲੇ ਦਿਮਾਗ ਨੇ, ਉੱਥੋਂ ਵੀ ਪਤਾ ਲੱਗੇ, ਉਹਨਾਂ ਨੂੰ ਵੀ ਸੇਕ ਲੱਗੇ ਥੋੜ੍ਹਾ ਜਿਹਾ ਇਸ ਗੱਲ ਦਾ। ਜੇ ਦਿਮਾਗ ਨਹੀਂ, ਫਿਰ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਰਹੇ ਆ ਡਾਕਟਰ ਮਨਮੋਹਨ ਸਿੰਘ, ਉਹਨਾਂ ਨੂੰ 10 ਸਾਲ ਅਸੀਂ ਪਲਕਾਂ ਤੇ ਕਿਉਂ ਬਿਠਾ ਕੇ ਰੱਖਿਆ? ਇਕੱਲੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਨਹੀਂ, ਤੇ ਜਿਨ੍ਹਾਂ ਹੋਰ ਅਹੁਦਿਆਂ ਦੇ ਉੱਤੇ ਰਹਿ ਕੇ ਮੁਲਕ ਪੱਖੀ ਜਿਹੜੇ ਉਹਨਾਂ ਦੀਆਂ ਸੇਵਾਵਾਂ ਰਹੀਆਂ ਨੇ, ਜਿਹੜੀਆਂ ਅਸੀਂ ਅੱਜ ਤੱਕ ਵੀ ਨਿੱਘ ਮਾਣਦੇ ਹਾਂ, ਫਿਰ ਅਸੀਂ ਉਹਨਾਂ ਨੂੰ ਕਿਉਂ ਮੰਨਿਆ? ਇਹ ਤਾਂ ਸਾਡੇ ਮੁਲਕ ਦੀ ਗੱਲ ਹੈ। ਜੇ ਵਜ਼ਾਰਤ ਦੀ ਗੱਲ ਕਰਦੇ ਹਾਂ, ਕੇਂਦਰੀ ਵਜ਼ਾਰਤ ਦੇ ਅੰਦਰ ਜਿਹੜੇ ਸਿੱਖ ਚਿਹਰੇ ਬੈਠੇ ਨੇ, ਕੀ ਉਹ ਬੁੱਧੀਹੀਣ ਨੇ? ਉਹਨਾਂ ਨੂੰ ਇਸ ਕਰਕੇ ਰੱਖਿਆ ਕਿ ਇੱਥੇ ਬੁੱਧੀਹੀਣਾਂ ਦੀ ਲੋੜ ਹੈ, ਜਾਂ ਤਾਂ ਇਸ ਕਰਕੇ ਰੱਖਿਆ ਹੋਣਾ ਉਹਨਾਂ ਕੋਲ ਦਿਮਾਗ ਨਹੀਂ ਤੇ ਦਿਮਾਗ ਵਾਲਿਆਂ ਦੀ ਉੱਥੇ ਲੋੜ ਨਹੀਂ ਹੋਣੀ, ਇਸ ਕਰਕੇ ਰੱਖ ਲਿਆ। ਜਾਂ ਇਸ ਕਰਕੇ ਰੱਖ ਲਿਆ ਕਿ ਇਹਨਾਂ ਦੀ ਵੀ ਘੱਟ ਗਿਣਤੀ ਹੈ, ਚਲੋ ਇਹਨਾਂ ਨੂੰ ਵੀ ਰੱਖ ਲਓ, ਨਾਲ ਜੋੜ ਦਿਓ, ਕਿਤੇ ਕੋਈ ਗੱਲ ਨਾ ਹੋਵੇ। ਜੇ ਇਹਨਾਂ ਕੋਲੇ ਦਿਮਾਗ ਨਹੀਂ ਇਸ ਕੌਮ ਕੋਲੇ, ਜੇ ਇਹ ਬੁੱਧੀਹੀਣ ਨੇ, ਇਕੱਲਾ ਜ਼ੋਰ ਹੈ, ਫਿਰ ਕੈਨੇਡਾ ਦੀ ਵਜ਼ਾਰਤ ਆ ਉਹਨਾਂ ਨੂੰ ਆਪਣਾ ਹਿੱਸਾ ਕਿਉਂ ਬਣਾਉਂਦੀ ਹੈ? ਕਿਸੇ ਨੂੰ ਡਿਫੈਂਸ ਮਿਨਿਸਟਰ ਬਣਾਉਂਦੀ ਹੈ, ਕਿਸੇ ਨੂੰ ਕਿਸੇ ਅਹੁਦੇ ਤੇ ਬਰਾਜਮਾਨ ਕਰਦੀ ਹੈ। ਆਪਣੀ ਫੋਰਸਿਸ ਦੇ ਵਿੱਚ ਅਮਰੀਕਾ ਵਰਗੇ ਮੁਲਕਾਂ ਨੇ ਜਿਹੜੇ ਕਿ ਵਿਸ਼ਵ ਤਾਕਤ ਕਹਾਉਂਦੇ ਨੇ, ਉਹਨਾਂ ਨੇ ਭਰਤੀ ਕੀਤੇ ਹੈ। ਕੀ ਉਹਨਾਂ ਕੋਲੇ ਦਿਮਾਗ ਨਹੀਂ ਹੈਗੇ? ਅੱਜ ਇਸੇ ਦੇ ਉੱਤੇ ਚਰਚਾ ਕਰਾਂਗੇ। ਪਹਿਲਾਂ ਇਸ ਰਿਪੋर्ट ਦੇ ਉੱਤੇ ਨਜ਼ਰ ਮਾਰਦੇ ਹਾਂ, ਫਿਰ ਵਧਾਂਗੇ ਅੱਗੇ। अरे बाप रे, सरदार तो इसको डरता ही नहीं, दिमाग कम होता है। सारी सिख कौम के उत्तों मैं समझदा माफी मंगनी चाहिए। अगर दिमाग की कमी किसी को तो विप्लव देव को ये बीजेपी की कोड़ी मानसिकता दर्शाती है। बीजेपी का कि उन्होंने सोच यही है। This has hurt the sentiments of the people. ये उनका व्यक्तिगत बयान है। ਇਹ ਜਨਾਬ ਮੁੱਖ ਮੰਤਰੀ ਤ੍ਰਿਪੁਰਾ ਨੇ, ਜਿਨ੍ਹਾਂ ਦੇ ਵਿਵਾਦਿਤ ਬੋਲਾਂ ਨੇ ਇੱਕ ਵਾਰ ਮੁੜ ਤੋਂ ਠੇਸ ਪਹੁੰਚਾਈ ਹੈ। ਬੜੇ ਫਖਰ ਨਾਲ ਬਿਆਨ ਦੇ ਕੇ ਸਿੱਖਾਂ ਤੇ ਜਾਟਾਂ ਨੂੰ ਬਿਆਨ ਕਰ ਰਹੇ ਇਹ ਕਿੱਦਾਂ ਦੇ ਲੋਕ ਹੁੰਦੇ ਨੇ, ਸੁਣੋ ਇੱਕ ਵਾਰ। अरे बाप रे, सरदार तो इसको डरता ही नहीं, इनके दिमाग कम होता है किंतु ताकत बहुत होता है, और उनको ताकत से जीता नहीं जा सकता, उनको प्रेम से जीता जा सकता है। हरियाणा में जहां जो ज्यादातर उनको दिमाग कम था। ਸਿਆਸਤ ਪੱਖੀ ਵਿਰੋਧੀ ਸਣੇ ਆਪਣਿਆਂ ਨੇ ਵੀ ਇਸ ਨੂੰ ਗਲਤ ਦੱਸਿਆ। ਸਮਾਂ ਨਹੀਂ ਲੱਗਿਆ, ਜਨਾਬ ਜਲਦ ਹੀ ਮੁਆਫੀ ਵੀ ਮੰਗ ਗਏ। ਮੁਆਫੀ 'ਚ ਇਹ ਜ਼ਰੂਰ ਕਿਹਾ ਗਿਆ ਜੇ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਂ ਖਿਮਾ ਦਾ ਜਾਚਕ। ਇਹਨਾਂ ਵਿਗੜੇ ਬੋਲਾਂ ਤੇ ਪੰਜਾਬ ਸਿਆਸਤ ਨੇ ਇੱਕ ਸੁਰ मुखालफत करदियां मंदभागा दस्या। मैं समझता हूँ कि ये बीजेपी की कोड़ी मानसिकता दर्शाती है कि वो कैसे मिनोरिटी के खिलाफ हमले कर रहे हैं,
कैसे सिखों के खिलाफ और पंजाबियों के खिलाफ और जाटों के खिलाफ उन्होंने अपनी पड़ास निकाली है। ਸੋ ਕਮੈਂਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਕਿਸੇ ਵੀ ਕੌਮ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਵੈਸੇ ਤਾਂ ਬੀਜੇਪੀ ਦਾ ਮੈਨੂੰ ਪਤਾ ਹੈ ਕਿ ਉਹਨਾਂ ਦੀ ਸੋਚ ਇਹੀ ਹੈ। वो त्रिपुरा के मुख्यमंत्री हैं, उनसे मुंह से जब ऐसी बात निकलती है पंजाबियों के बारे में, जाट्स के बारे में, तो वो खुद उनका अपना मजाक बन जाता है। दिस हैज हर्ट द सेंटिमेंट्स ऑफ द पीपल। ਇਹ ਉਹਨਾਂ ਦਾ ਵਿਅਕਤੀਗਤ ਬਿਆਨ ਹੈ। ਭਾਰਤੀ ਜਨਤਾ ਪਾਰਟੀ ਕਦੀ ਵੀ ਐਸੇ ਬਿਆਨ ਨਾਲ ਸਹਿਮਤ ਨਹੀਂ ਹੁੰਦੀ ਔਰ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਇਸ ਬਿਆਨ ਦਾ ਖੰਡਨ ਕਰਦੀ ਹੈ, ਵਿਰੋਧ ਕਰਦੀ ਹੈ। ਔਰ ਇਸ ਦੇ ਨਾਲ ਹੀ ਸਿੱਖ ਜਥੇਬੰਦੀਆਂ ਦੇ ਆਗੂਆਂ ਵੀ ਨਿੰਦਾ ਕਰਦਿਆਂ ਮੁਆਫੀ ਦੀ ਮੰਗ ਰੱਖੀ। ਦੁੱਖ ਦੀ ਗੱਲ ਹੈ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਔਰ ਸਿੱਖ ਕੌਮ ਵਾਸਤੇ, ਸਿੱਖਾਂ ਵਾਸਤੇ ਤੇ ਐਡੀ ਭੱਦੀ ਸ਼ਬਦਾਵਲੀ ਬੋਲੀ ਹੈ। ਇਹ ਗੱਲਾਂ ਉਹਨਾਂ ਨੂੰ ਨਹੀਂ ਕਰਨੀ ਚਾਹੀਦੀਆਂ, ਜਿਸ ਕਰਕੇ ਉਹਨਾਂ ਨੂੰ ਸਾਰੀ ਸਿੱਖ ਕੌਮ ਦੇ ਉੱਤੋਂ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਹੈ। ਜਿਹੜੇ ਉਹਨਾਂ ਸਿੱਖਾਂ ਦੇ ਬਾਰੇ 'ਚ ਟਿੱਪਣੀ ਕੀਤੀ ਉਹ ਬੜੀ ਇਤਰਾਜ਼ਯੋਗ ਹੈ। ਇਹ ਬੜੇ ਹੀ ਨਿੰਦਕਯੋਗ ਸ਼ਬਦ ਨੇ। ਅਗਰ ਦਿਮਾਗ ਦੀ ਕਮੀ ਕਿਸੇ ਕੋਲ ਆ ਤਾਂ ਵਿਪਲਵ ਦੇਵ ਕੋਲ ਆ। ਪਰ ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ ਜਨਾਬ। ਮਸਲਾ ਇਹ ਹੈ ਕਿ ਇੱਕ ਤੋਂ ਬਾਅਦ ਇੱਕ ਘੱਟ ਗਿਣਤੀਆਂ ਬਾਰੇ ਦਿੱਤੇ ਜਾ ਰਹੇ ਅਜਿਹੇ ਬਿਆਨਾਤ ਹੀ ਹਨ ਜੋ ਲੋਕਾਂ ਨੂੰ ਉਕਸਾਉਂਦੇ ਨੇ, ਜਿਨ੍ਹਾਂ ਦੀ ਬਦੌਲਤ ਧਰਮੀ ਅਗਵਾਈਕਾਰਾਂ ਨੂੰ ਵੀ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਸੰਸ਼ੇ ਪ੍ਰਗਟਾਉਣੇ ਪੈਂਦੇ ਆ। ਬਿਊਰੋ ਰਿਪੋਰਟ, ਜ਼ੀ ਮੀਡੀਆ। ਸਵਾਲ ਨੇ ਜੇ ਸੀਐਮ ਦਾ ਬਿਆਨ ਨਿੱਜੀ ਹੈ ਜਾਂ ਫਿਰ ਇਹ ਪਾਰਟੀ ਦਾ ਬਿਆਨ ਹੈ। ਸਵਾਲ ਇਹ ਵੀ ਹੈ ਸਿੱਖ ਨੁਮਾਇੰਦਾ ਜਥੇਬੰਦੀਆਂ ਇਸ ਤੋਂ ਅੱਗੇ ਕੀ ਕਰਨਗੀਆਂ, ਕਦਮ ਕੀ ਹੋਗਾ। ਮਾਫੀ ਦੀ ਗੱਲ ਕਹੀ ਸੀ, ਮਾਫੀ ਮੰਗ ਲਈ ਕਿ ਇੱਥੇ ਮਸਲਾ ਨਿਬੜ ਜੂਗਾ। ਅੱਗੇ ਸਵਾਲ ਇਹ ਵੀ ਹੈ ਕਿ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਜਿਹੜਾ ਕੀਤਾ ਜਾਂਦਾ ਹੈ, ਇਹ ਉਕਸਾਉਣ ਦੀ ਗੱਲ ਨਹੀਂ। ਸਵਾਲ ਜੋ ਦਰਸ਼ਕਾਂ ਦੀ ਕਚਹਿਰੀ 'ਚ ਰੱਖ ਰਹੇ ਹਾਂ ਕਿ ਸਿੱਖਾਂ ਤੇ ਜਾਟਾਂ ਕੋਲ ਦਿਮਾਗ ਨਹੀਂ ਹੈ। ਤੁਸੀਂ ਆਪਣਾ ਜਵਾਬ ਹਾਂ ਜਾਂ ਨਾ 'ਚ 57575 ਤੇ SMS ਕਰਕੇ ਸਾਨੂੰ ਦੱਸ ਸਕਦੇ ਹੋ ਔਰ ਇਹ ਸਾਰਿਆਂ ਨਾਲ ਸਾਂਝਾ ਕਰਾਂਗੇ। ਔਰ ਚਰਚਾ 'ਚ ਜੁੜ ਰਹੇ ਲੋਕਾਂ ਨਾਲ ਰਸਮੀ ਤਾਰੁਫ ਕਰਵਾਉਂਦਾ ਹੋਇਆ ਚਰਚਾ ਨੂੰ ਅੱਗੇ ਵਧਾਵਾਂਗੇ, ਉਹਨਾਂ ਦਾ ਇਸਤਕਬਾਲ ਕਰਾਂਗੇ। ਇਸ ਚਰਚਾ ਸਾਡੇ ਨਾਲ ਜੁੜ ਰਹੇ ਹੈ ਕਾਂਗਰਸ ਤੋਂ ਵਿਧਾਇਕ ਨੇ ਰਾਜਕੁਮਾਰ ਵੇਰਕਾ, ਜਨਾਬ ਇਸਤਕਬਾਲ ਹੈ। ਔਰ ਆਮ ਆਦਮੀ ਪਾਰਟੀ ਤੋਂ ਵਿਧਾਇਕ ਕੁਲਤਾਰ ਸੰਧਵਾ, ਜਨਾਬ ਤੁਹਾਡਾ ਵੀ ਚਰਚਾ 'ਚ ਸਵਾਗਤ ਹੈ। ਮਾਲਵਿੰਦਰ ਸਿੰਘ ਕੰਗ ਸਾਹਿਬ ਭਾਜਪਾ ਤੋਂ ਆਏ ਹੈ, ਜਨਾਬ ਤੁਹਾਡਾ ਵੀ ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਜਿਹੜੇ ਰਹੇ ਆ, ਉਹਨਾਂ ਵੀ ਇਸ ਚਰਚਾ ਦੇ ਵਿੱਚ ਸਵਾਗਤ ਹੈ। ਔਰ ਖਾਸ ਤੌਰ ਤੇ ਜਿਹੜਾ ਜਾਟ ਸਮੁਦਾਇ ਨੂੰ ਲੈ ਕੇ ਵੀ ਟਿੱਪਣੀ ਕੀਤੀ ਸੀ, ਇਸੇ ਕਰਕੇ ਅਸੀਂ ਅੱਜ ਜਿਹੜਾ ਹੈ ਯਸ਼ਪਾਲ ਮਲਿਕ ਜੀ ਜਿਹੜੇ ਕਿ ਕੌਮੀ ਪ੍ਰਧਾਨ ਨੇ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ, ਯਸ਼ਪਾਲ ਮਲਿਕ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਚਰਚਾ ਦੇ ਅੰਦਰ। ਮਲੂਕਾ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰਨੀ ਚਾਹੂੰਗਾ। ਹਾਲਾਂਕਿ ਕੰਗ ਸਾਹਿਬ ਤੋਂ ਸਵਾਲ ਪੁੱਛਣਾ ਚਾਹੀਦਾ ਸੀ ਕਿਉਂਕਿ ਇਹਨਾਂ ਦੇ ਪਾਰਟੀ ਨਾਲ ਤਾਲੁਕ ਰੱਖਦੇ ਮੁੱਖ ਮੰਤਰੀ ਹੈ। ਜੇ ਅਸੀਂ ਬੁੱਧੀਹੀਣ ਲੋਕ ਹਾਂ, ਜੇ ਅਸੀਂ ਮੂਰਖ ਲੋਕ ਹਾਂ, ਸਾਡੇ ਕੋਲ ਇਕੱਲਾ ਜ਼ੋਰ ਹੁੰਦਾ ਹੈ, ਸਾਨੂੰ ਫਿਰ ਮਗਰ ਕਾਹਤੋਂ ਲਾਇਆ ਹੋਇਆ, ਸਾਨੂੰ ਨਾਲ ਕਾਹਤੋਂ ਰੱਖਿਆ ਹੋਇਆ। ਫਿਰ ਸਾਡੇ ਲੋਕ ਜਿਹੜੇ ਵੱਖ ਹੋਣ ਦੀਆਂ ਗੱਲਾਂ ਕਰਦੇ ਆ ਜਾਂ ਜਿਹੜੇ ਨਾਅਰੇ ਲਾਉਂਦੇ ਆ ਜਾਂ ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਘੱਟ ਗਿਣਤੀ ਦੀ ਮਹਿਫੂਜ਼ ਨੂੰ ਲੈ ਕੇ ਸਵਾਲ ਖੜਾ ਕੀਤਾ ਸੀ, ਜਾਂ ਤਾਂ ਉਹ ਗਲਤ ਹੋਊਗਾ ਜਾਂ ਅਸੀਂ ਗਲਤ ਹਾਂ ਜਿਹੜੇ ਇਹਨਾਂ ਦੇ ਨਾਲ ਤੁਰੇ ਫਿਰਦੇ ਆ। ਨਵਜੋਤ, ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸੇ ਦੀ ਮਾਨਸਿਕਤਾ ਦਰਸਾਈ ਜਾਵੇ ਔਰ ਉਹਨਾਂ ਦਾ ਕੀ ਜ਼ਰੂਰਤ ਸੀ ਅੱਜ ਇਹ ਸਵਾਲ ਕਰਨ ਦੀ ਜਾਂ ਇਹਦਾ ਜਵਾਬ ਮਿਲਣ ਦੀ। ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਸਾਰੇ ਹੀ ਇਹ ਅੱਜ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ, ਬੀਜੇਪੀ ਦੀ ਜਿਹੜੀ ਹਾਈ ਕਮਾਨ ਹੈ, ਉਹ ਆਪਣੀ ਮਾਨਸਿਕਤਾ ਕਲੀਅਰ ਕਰੇ। ਬਈ ਜਿੰਨੀਆਂ ਕੁਰਬਾਨੀਆਂ ਅੱਜ ਦੇਸ਼ ਦੇ ਵਿੱਚ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਖੋ, ਉਹ ਪੰਜਾਬੀਆਂ ਦੀਆਂ ਕੁਰਬਾਨੀਆਂ ਔਰ ਜਿੰਨਾ ਯੋਗਦਾਨ ਪੂਰੀ ਦੁਨੀਆ ਦੇ ਅੰਦਰ ਜੇ ਕੋਈ ਪਹਿਚਾਨ ਆ ਤੇ ਪੰਜਾਬੀਆਂ ਦੇ ਨਾਲ ਹੈ, ਉਹ ਸਿੱਖਾਂ ਦੇ ਨਾਲ ਆ। ਔਰ ਮੈਨੂੰ ਮਹਿਸੂਸ ਇਸ ਗੱਲ ਦਾ ਹੁੰਦਾ ਕਿ ਇਹ ਇੱਕ ਉੱਚ ਅਹੁਦੇ ਤੇ ਬੈਠਾ ਵਿਅਕਤੀ ਜਿਹੜਾ ਕਿ ਇੱਕ ਮੁਖੀਆ ਸਟੇਟ ਦਾ ਚੀਫ ਮਿਨਿਸਟਰ ਹੋਵੇ ਔਰ ਇਸ ਤਰ੍ਹਾਂ ਦੀ ਘਟੀਆ ਸ਼ਬਦਾਵਲੀ ਵਰਤੇ ਔਰ ਇਸ ਤਰ੍ਹਾਂ ਦੇ ਘਟੀਆ ਕਮੈਂਟਸ ਕਰੇ, ਮੈਂ ਸਮਝਣਾ ਹੈ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ। ਔਰ ਅਕਾਲ ਤਖਤ ਸਾਹਿਬ ਦੇ
ਜਥੇਦਾਰ ਸਾਹਿਬ ਨੇ ਵੀ ਇਸ ਗੱਲ ਦੀ ਚਿੰਤਾ ਪ੍ਰਗਟਾਈ ਸੀ ਬਿਲਕੁਲ ਕਿ ਬਿਲਕੁਲ ਘੱਟ ਗਿਣਤੀਆਂ ਦੇ ਉੱਪਰ ਆਉਣ ਵਾਲੇ ਟਾਈਮ ਤੇ ਹੋਰ ਵੀ ਹਮਲੇ ਹੋ ਸਕਦੇ ਆ, ਘੱਟ ਗਿਣਤੀਆਂ ਦੇ ਉੱਪਰ ਹੋਰ ਵੀ ਇਹ ਸਵਾਲ ਖੜੇ ਕੀਤੇ ਜਾ ਸਕਦੇ ਆ, ਔਰ ਇਸ ਗੱਲ ਦਾ ਇੱਕ ਕਾਰਨ ਆ ਔਰ ਇਹਦੇ ਵਾਸਤੇ ਠੀਕ ਹੈ। ਅਸੀਂ ਬਾਰ-ਬਾਰ ਕਿਹਾ ਬਿਲਕੁਲ ਕਿ ਬੀਜੇਪੀ ਦੀ ਆਲਾ ਕਮਾਨ ਸਫਾਈ ਦੇਵੇ ਠੀਕ ਔਰ ਇਸ ਗੱਲ ਲਈ ਦੱਸੇ ਕਿ ਉਹਦੀ ਮਾਨਸਿਕਤਾ ਕੀ ਹੈ ਔਰ ਉਹਦੇ ਖਿਲਾਫ ਕਾਰਵਾਈ ਕੀ ਕੀਤੀ। ਠੀਕ ਹੈ ਮੈਂ ਮਾਫੀ ਚਾਹੁੰਦਾ ਮਲੂਕਾ ਸਾਹਿਬ, ਕਈ ਵਾਰੀ ਜਿਹੜਾ ਹੈ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ। ਮੈਂ ਸਵਾਲ ਤੁਹਾਡੇ ਤੋਂ ਹੀ ਕੀਤਾ ਸੀਗਾ ਤੇ ਮੈਂ ਉੱਥੋਂ ਹੀ ਤੁਹਾਡੇ ਤੋਂ ਜਵਾਬ ਲੈਣਾ ਜ਼ਰੂਰ ਚਾਹੂੰਗਾ। ਮਲੂਕਾ ਸਾਹਿਬ ਆਵਾਜ਼ ਪਹੁੰਚ ਚਲੋ ਰਹੀ ਹੈ? ਕੋਈ ਨਹੀਂ, ਹਾਂਜੀ ਲੇਟ ਪਹੁੰਚ ਰਹੀ ਹੈ ਆਵਾਜ਼, ਕੋਈ ਗੱਲ ਨਹੀਂ। ਦੇਖੋ ਭਾਵੇਂ ਮੁੱਖ ਮੰਤਰੀ ਨੇ ਮਾਫੀ ਮੰਗ ਲਈ ਹੈ, ਪਰ ਮੈਂ ਇਹਦੀ ਗੱਲ ਦੀ ਜੋ ਉਹਨਾਂ ਨੇ ਕਿਹਾ ਇਹਦੀ ਘੋਰ ਨਿੰਦਿਆ ਕਰਦਾ। ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ। ਮੈਂ ਤੇ ਇਹ ਵੀ ਕਹਿਣਾ ਕਿ ਇਹੋ ਜਿਹੇ ਬੰਦੇ ਨੂੰ ਮੁੱਖ ਮੰਤਰੀ ਵਰਗੇ ਅਹਿਮ ਅਹੁਦੇ ਉੱਤੇ ਜਿਹਦੇ ਮਨ ਦੇ ਵਿੱਚ ਇਹੋ ਜੀਆਂ ਨੀਵੀਂ ਪੱਧਰ ਦੀਆਂ ਗੱਲਾਂ ਨੇ, ਹਾਂ ਆ ਰਹੀ ਹੈ, ਫਿਰ ਆ ਰਹੀ ਹੈ, ਬਹੁਤ ਆ ਰਹੀ। ਇਹੋ ਜਿਹੇ ਬੰਦੇ ਨੂੰ ਮੁੱਖ ਮੰਤਰੀ ਦੀ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਜਿਹਦੇ ਮਨ ਦੇ ਵਿੱਚ ਇਹੋ ਜਿਹੀ ਮਾਨਸਿਕਤਾ ਬੜੀ ਹੋਵੇ, ਉਹਨੂੰ ਦੇਸ਼ ਦੀ ਇਹੋ ਜਿਹੀ ਵਧੀਆ ਉੱਚੀ ਪਦਵੀ ਦੇ ਉੱਤੇ ਰਹਿਣ ਦਾ ਕੋਈ ਰਾਈਟ ਨਹੀਂ ਹੈਗਾ। ਪਰ ਮੈਂ ਮਹਿਸੂਸ ਕਰਦਾ ਕਿ ਅੱਜ ਦੀ ਇਹ ਪਹਿਲੀ ਗੱਲ ਨਹੀਂ, ਇਹ 73 ਸਾਲਾਂ ਦੀ ਲੰਮੀ ਕਹਾਣੀ ਹੈ। ਸਭ ਤੋਂ ਪਹਿਲਾਂ ਜਦੋਂ ਦੇਸ਼ ਦੀ ਵੰਡ ਹੋਈ, ਆਪਾਂ ਨੂੰ ਪਿੱਛੇ ਜਾਣਾ ਪਏਗਾ ਥੋੜਾ ਜਿਹਾ। ਵੇਰਕਾ ਸਾਹਿਬ ਬੜੀਆਂ ਸਫਾਈਆਂ ਦੇ ਰਹੇ ਸੀ। ਜਦੋਂ ਦੇਸ਼ ਦੀ ਵੰਡ ਹੋਈ 1947 ਚ, ਜਿਹਦੇ ਚ ਹਜ਼ਾਰਾਂ ਸਿੱਖਾਂ ਦਾ ਪੰਜਾਬੀਆਂ ਦਾ ਕਤਲਾਮ ਹੋਇਆ, ਦੇਸ਼ ਘਰ-ਬਾਰ ਛੱਡ ਕੇ ਹਿੰਦੁਸਤਾਨ ਚ ਆਏ, 19 ਹਲੇ ਉਹਨਾਂ ਦੇ ਜ਼ਖਮ ਅੱਲੇ ਸਨ। ਪਹਿਲੀ ਚਿੱਠੀ ਦੇਸ਼ ਦੇ ਹੋਮ ਮਿਨਿਸਟਰ ਨੇ, ਜਿਹੜਾ ਉਦੋਂ ਰਾਜ ਕਾਂਗਰਸ ਪਾਰਟੀ ਦਾ ਸੀਗਾ, ਪੰਡਿਤ ਨਹਿਰੂ ਜੀ ਪ੍ਰਧਾਨ ਮੰਤਰੀ ਸਨ, ਦੇਸ਼ ਦੇ ਹੋਮ ਮਿਨਿਸਟਰ ਨੇ ਪਟੇਲ ਸਾਹਿਬ ਨੇ ਚਿੱਠੀ ਕੱਢੀ ਕਿ ਸਿੱਖ ਇੱਕ ਜਰੇਮ ਪੇਸ਼ਾ ਕੌਮ ਹੈ, ਇਹਦੇ ਤੇ ਕਰੜੀ ਨਜ਼ਰ ਰੱਖੀ ਜਾਵੇ। ਪਹਿਲਾ ਤੋਹਫਾ ਸਾਨੂੰ ਆਜ਼ਾਦੀ ਤੋਂ ਬਾਅਦ ਤੁਰਤ ਹੀ ਦੇ ਦਿੱਤਾ ਸੀ, ਜਿਹੜੀ ਕੌਮ ਨੇ ਇੰਨੀਆਂ ਕੁਰਬਾਨੀਆਂ ਆਜ਼ਾਦੀ ਲੈਣ ਦੀ ਖਾਤਰ 90% ਕੁਰਬਾਨੀਆਂ ਕੀਤੀਆਂ, ਆਪਦੀਆਂ ਜਾਇਦਾਦਾਂ ਕੁਰ ਕਰਾਈਆਂ, ਘਰ-ਬਾਰ ਛੱਡ ਕੇ ਆਏ। ਪਹਿਲਾ ਤੋਹਫਾ 1948 ਦੇ ਵਿੱਚ ਕਾਂਗਰਸ ਗਵਰਨਮੈਂਟ ਦੀ ਹੋਮ ਮਿਨਿਸਟਰੀ ਨੇ ਸਿੱਖਾਂ ਨੂੰ ਦਿੱਤਾ ਸੀਗਾ। ਇਹ ਉਦੋਂ ਬਾਅਦ ਫਿਰ ਤੁਰੇ ਆਉਨੇ ਆ। ਮੈਂ ਬਾਹਲੀਆਂ ਗੱਲਾਂ ਵਿੱਚ ਨਹੀਂ ਜਾਂਦਾ। ਪੰਜਾਬ ਦੇ 13 ਸੂਬੇ ਬੋਲੀ ਦੇ ਆਧਾਰ ਤੇ ਬਣਾਤੇ। ਸਾਡੇ ਸੂਬੇ ਨੂੰ ਬਣਾਉਣ ਦੀ ਖਾਤਰ ਪੰਡਿਤ ਜੀ ਕਹਿੰਦੇ ਇਹ ਤਾਂ ਮੇਰੀ ਲਾਸ਼ ਤੇ ਬਣੇਗਾ। ਬੜੀਆਂ ਕੁਰਬਾਨੀਆਂ ਹੋਈਆਂ, ਬੜੀਆਂ ਸ਼ਹਾਦਤਾਂ ਹੋਈਆਂ, ਬੜੀਆਂ ਜੇਲ੍ਹਾਂ ਕੱਟਣੀਆਂ ਪਈਆਂ। ਪੰਜਾਬੀ ਸੂਬਾ ਤਾਂ ਦੇਣਾ ਪੈ ਗਿਆ ਉਹਦੀ ਬੇਟੀ ਨੂੰ, ਪਰ ਚੰਡੀਗੜ੍ਹ ਖੋਲਿਆ, ਪੰਜਾਬੀ ਬੋਲਦੇ ਇਲਾਕੇ ਖੋਲੇ, ਪਾਣੀ ਖੋਲਿਆ, ਜਿਹਦੇ ਚੋਂ ਲੜਾਈ ਨਿਕਲੀ। ਠੀਕ ਹੈ। ਫਿਰ ਆਇਆ ਬਲੂ ਸਟਾਰ ਆਪਰੇਸ਼ਨ, ਹਰਮੰਦਰ ਸਾਹਿਬ ਤੇ ਹਮਲਾ, ਅਕਾਲ ਤਖਤ ਸਾਹਿਬ ਤੇ ਹਮਲਾ, ਹਜ਼ਾਰਾਂ ਬੇਦੋਸ਼ੇ ਸਿੱਖ ਮਾਰ ਦਿੱਤੇ ਗਏ, ਅਕਾਲ ਤਖਤ ਸਾਹਿਬ ਢਾ ਦਿੱਤਾ ਗਿਆ। ਫਿਰ ਆਈ ਕਹਾਣੀ ਦਿੱਲੀ, ਰਾਜੀਵ ਗਾਂਧੀ ਨੂੰ ਉਹਦੇ ਬਾਡੀਗਾਰਡਾਂ ਨੇ ਮਾਰਤਾ। ਉਹਨੂੰ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਸਜ਼ਾ ਜਿੰਨੀ ਮਰਜ਼ੀ ਦਿੰਦੇ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਕਿਸੇ ਕਤਲ ਦੇ ਹੱਕ 'ਚ ਨਹੀਂ। ਹਜ਼ਾਰਾਂ ਬੇਦੋਸ਼ੇ ਲੋਕ ਗਲਾਂ 'ਚ ਟਾਇਰ ਪਾ ਕੇ ਧੀਆਂ ਭੈਣਾਂ ਦੀਆਂ ਸੜਕਾਂ ਤੇ ਇੱਜ਼ਤਾਂ ਲੁੱਟੀਆਂ ਗਈਆਂ। ਪਰ ਮੈਂ ਇੱਕ ਗੱਲ ਇਹ ਜ਼ਰੂਰ ਜਿਹੜੀ ਸਮਝਣੀ ਹੈ ਵੀ ਜੇ ਆਪਾਂ ਏਦਾਂ ਹੀ ਕੋਈ ਮਸਲਾ, ਕੋਈ ਮੌਜੂ ਕੰਪੈਰੀਟਿਵ ਜਿਹੜਾ ਐਨਾਲਿਸਿਸ ਦੇ ਵਿੱਚ ਪਾ ਕੇ ਉਸ ਨੂੰ ਰੜਕੀ ਜਾਵਾਂਗੇ, ਮੈਨੂੰ ਲੱਗਦਾ ਆਪਾਂ ਕਿਸੇ ਨਿਸ਼ਕਰਸ਼ ਦੇ ਉੱਤੇ ਜਿਹੜਾ ਹੈ ਉਹ ਨਹੀਂ ਪਹੁੰਚ ਸਕਾਂਗੇ। ਸਾਨੂੰ ਜਦੋਂ ਵੀ ਠੀਕ ਆ, ਉਹ ਉਦੋਂ ਦੇ ਹਾਕਮਾਂ ਦੀ ਜਾਂ ਸਾਡੇ ਅਗਵਾਈਕਾਰਾਂ ਦੀਆਂ ਗਲਤੀਆਂ ਜ਼ਰੂਰ ਰਹੀਆਂ ਹੋਣਗੀਆਂ ਜਦੋਂ ਨਹੀਂ ਕੀਤਾ, ਪਰ ਜਦੋਂ ਅਸੀਂ ਅੱਜ ਆ, ਜਦੋਂ ਸਾਡੀ ਹਾਜ਼ਰੀ ਸਾਡੇ ਸਮੇਂ 'ਚ ਇਹ ਗੱਲ ਹੋ ਰਹੀ ਹੈ, ਮੈਨੂੰ ਲੱਗਦਾ ਕਿ ਉਹ ਪਿਛਲੀਆਂ ਗੱਲਾਂ ਨਾ ਪਾ ਕੇ ਸਾਨੂੰ ਅੱਗੇ ਹੁਣ ਕਦਮ ਲੈਣੇ ਚਾਹੀਦੇ ਆ। ਸਾਨੂੰ ਆਪਣੇ ਚਾਹੇ ਉਹ ਭਾਈਵਾਲ ਹੋਣ ਜਾਂ ਸਾਡੇ ਅਗਵਾਈਕਾਰ ਹੋਣ, ਸਾਨੂੰ ਕਰੜਾ ਸਟੈਪ ਲੈਣਾ ਚਾਹੀਦਾ। ਤੁਸੀਂ ਕਾਲੀ ਨਾ ਕਰੋ ਨਵਜੋਤ, ਤੁਸੀਂ ਗੱਲ ਮੇਰੀ ਨਹੀਂ, ਇਹ ਪਿਛਲੀਆਂ ਗੱਲਾਂ ਦਾ ਨਤੀਜਾ। ਇਹ ਮੁਲਕ ਦੀ ਸੁਣ ਲਓ ਮੇਰੀ ਗੱਲ। ਮੈਂ ਤੁਹਾਡੀ ਗੱਲ ਸੁਣ ਰਿਹਾ। ਮੈਂ ਆਪਣੀ ਟੀਮ ਨੂੰ ਬੇਨਤੀ ਕਰਨੀ ਚਾਹੂੰਗਾ, ਇੱਕ ਵਾਰੀ ਆਵਾਜ਼ ਦਾ ਜਿਹੜਾ ਗੈਪ ਹੈ ਉਹਨੂੰ ਬਿਲਕੁਲ ਠੀਕ ਕਰਾ ਲਿਆ ਜਾਵੇ। ਘੱਟ ਕਰਕੇ ਰੱਖਿਆ ਮੰਤਰੀ ਜਗਜੀਵਨ ਰਾਮ ਨੇ, ਕਾਂਗਰਸ ਦੇ ਨੇ, ਤੇ ਅੱਜ ਦੇਸ਼ ਦੀਆਂ ਹੱਦਾਂ ਦੇ ਉੱਤੇ ਸਿੱਖ ਲੜਦੇ ਨੇ, ਵੱਡੇ ਵੱਡੇ ਜਰਨੈਲ ਹੋਏ ਨੇ, ਸਿੱਖ ਪ੍ਰਧਾਨ ਮੰਤਰੀ ਹੋਏ ਨੇ, ਸਿੱਖ ਰਾਸ਼ਟਰਪਤੀ ਹੋਏ ਨੇ, ਸਿੱਖ ਵੱਡੇ ਵੱਡੇ ਜੱਜ ਹੋਏ ਨੇ। ਸਿੱਖਾਂ ਨੇ ਦੁਨੀਆ ਦੇ ਵਿੱਚ ਆਪਦੇ ਚ ਨਾਮ ਕਮਾਇਆ। ਤੇ ਜੇ ਅੱਜ ਮਾਲਵਿੰਦਰ ਕੰਗ ਸਾਹਿਬ, ਤੁਸੀਂ ਉਸ ਪਾਰਟੀ ਤੋਂ ਆਏ ਹੋ ਜਿਸ ਪਾਰਟੀ ਦੇ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਹੈ
ਤੁਸੀਂ ਦੱਸ ਸਕਦੇ ਹੋ ਇਹ ਕਿਸ ਸੋਚ ਨਾਲ ਦਿੱਤਾ ਗਿਆ ਹੈ? ਤੁਸੀਂ ਕਿਸ ਸੋਚ ਨਾਲ ਉਸ ਪਾਰਟੀ ਦੇ ਵਿੱਚ ਕੋਈ ਅਹੁਦਾ ਜਾਂ ਨੁਮਾਇੰਦਗੀ ਲੈ ਕੇ ਬੈਠੇ ਹੋ, ਦੱਸ ਸਕਦੇ ਹੋ? ਨਵਨੀਤ ਜੀ ਆਵਾਜ਼ ਆ ਰਹੀ ਹੈ ਮੇਰੀ? ਜੀ ਬਿਲकुल ਆ ਰਹੀ ਹੈ। ਇਸ ਤਰ੍ਹਾਂ ਨਵਨੀਤ ਜੀ, ਇਸ ਤਰੀਕੇ ਦਾ ਬਿਆਨ ਚਾਹੇ ਸਾਡੀ ਪਾਰਟੀ ਦਾ ਕੋਈ ਲੀਡਰ ਦਵੇ ਜਾਂ ਕਿਸੇ ਵੀ ਪਾਰਟੀ ਦਾ ਲੀਡਰ ਦਵੇ, ਇਹ ਬਿਲਕੁਲ ਵੀ ਨਾ ਬਰਦਾਸ਼ਤ ਕਰਨਯੋਗ ਹੈ, ਨਿੰਦਣਯੋਗ ਹੈ। ਇਸ ਤੋਂ ਅੱਗੇ ਕੀ ਹੋਊਗਾ? ਬਿਲਕੁਲ ਨਾ ਬਰਦਾਸ਼ਤ ਕਰਨਯੋਗ ਹੈ, ਨਿੰਦਣਯੋਗ ਹੈ। ਇਸ ਤੋਂ ਅੱਗੇ ਹੋਊਗਾ ਕੀ ਸਟੈਪ, ਕੀ ਹੋਏਗਾ, ਐਗਜ਼ੈਂਪਲਰੀ ਸਟੈਪ ਕੀ ਹੋਊਗਾ ਅੱਗੇ ਤੋਂ ਜੇ ਬਿਆਨ ਨਾ ਦਿੱਤੇ ਜਾਣ? ਬਿਲਕੁਲ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਸੀ, ਮੈਂ ਕੋਈ ਇਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਸਫਾਈ ਨਹੀਂ ਦੇਣਾ ਚਾਹੂੰਗਾ। ਜੇ ਸਾਡੀ ਪਾਰਟੀ ਦੇ ਕਿਸੇ ਮੁੱਖ ਮੰਤਰੀ ਨੇ ਵੀ ਇਹ ਮੰਦਭਾਗਾ ਬਿਆਨ ਦਿੱਤਾ, ਉਹ ਬਿਲਕੁਲ ਅਸੀਂ ਉਹਨੂੰ ਕ੍ਰਿਟਿਸਾਈਜ਼ ਕਰਦੇ ਹਾਂ, ਉਹਦੀ ਨਿੰਦਿਆ ਕਰਦੇ ਹਾਂ। ਔਰ ਮੈਂ ਇਹਨਾਂ ਨੂੰ ਜਿਹੜੇ ਸਾਡੇ ਕੀ ਉਹਨਾਂ ਨਾਲ ਤਾਲੁਕ ਰੱਖਦੇ ਸਿੱਖ ਫੇਸ ਕਿਤਾਬਾਂ ਭੇਜ ਰਿਹਾ, ਕੁਰੀਅਰ ਕਰ ਰਿਹਾ ਜਾਂ ਪੰਜਾਬੀ ਟਵੀਟ ਕਰਨਗੇ ਵੀ ਜਦੋਂ ਤੁਸੀਂ ਇਹ ਗੱਲ ਕਹਿਤੀ, ਤੁਸੀਂ ਇਸ ਗੱਲ ਦਾ ਇੰਕਸ਼ਾਫ ਕਰਤਾ ਕਿ ਅਸੀਂ ਤਾਂ ਬੁੱਧੀਹੀਨ ਲੋਕ ਆ, ਅਸੀਂ ਤਾਂ ਮੂਰਖ ਲੋਕ ਆ, ਫਿਰ ਸਾਡਾ ਤੁਹਾਡੇ ਨਾਲ ਰਹਿਣ ਦਾ ਫਾਇਦਾ ਕੀ ਆ? ਮੈਂ ਇਹ ਟਵੀਟ ਕਰ ਦੇਣਾ ਚਾਹੀਦਾ। ਮੈਂ ਇਹਨਾਂ ਨੂੰ ਕੱਲ ਇੱਕ ਕਿਤਾਬਾਂ ਦਾ ਸੈੱਟ ਭੇਜ ਰਿਹਾ, ਸਿੱਖਾਂ ਦਾ ਇਤਿਹਾਸ ਭੇਜ ਰਿਹਾ, ਪੰਜਾਬੀਆਂ ਦਾ ਇਤਿਹਾਸ ਭੇਜ ਰਿਹਾ, ਔਰ ਇਹ ਪੜ੍ਹ ਲੈਣ। ਔਰ ਬਿਲਕੁਲ ਨਾ ਬਰਦਾਸ਼ਤ। ਤੁਹਾਨੂੰ ਲੱਗਦਾ ਕੰਗ ਸਾਹਿਬ ਤੁਹਾਡੇ ਕਹੇ ਤੋਂ ਪੜ੍ਹ ਲੈਣਗੇ? ਉਹ ਸੈੱਟ ਜਿਉਂ ਦੀ ਤਿਉਂ ਪਿਆ ਰਹੇਗਾ, 10 ਸਾਲ ਬਾਅਦ ਜਾ ਕੇ ਦੇਖ ਲਿਓ, ਸਿਉਂਖ ਲੱਗੀ ਹੋਊਗੀ ਉਹਨੂੰ। ਨਹੀਂ ਬਿਲਕੁਲ ਜਿਹੜਾ ਵਿਪਲ ਦੇਵ ਨੇ ਬਿਆਨ ਦਿੱਤਾ ਹੈ, ਅਸੀਂ ਬਿਲਕੁਲ ਵੀ ਇਹਦੇ ਨਾਲ ਸਹਿਮਤ ਨਹੀਂ ਹੈ, ਨਾ ਸਾਡੀ ਪਾਰਟੀ ਸਹਿਮਤ ਹੈ। ਸੰਧਵਾ ਸਾਹਿਬ ਤੋਂ ਗੱਲ ਪੁੱਛੂਗਾ, ਆਮ ਆਦਮੀ ਪਾਰਟੀ ਤੋਂ ਮੁੱਖ ਵਿਰੋਧੀ ਧਿਰ ਤੋਂ ਇਹਨਾਂ ਦੀ ਭੂਮਿਕਾ ਪਾਰਟੀ ਅਦਾ ਕਰ ਰਹੀ ਹੈ, ਕੀ ਸਟੈਪ ਕੀ ਹੋਣਾ ਚਾਹੀਦਾ? ਦੇਖੋ ਜੀ, ਬਣਦਾ ਤਾਂ ਇਹੀ ਹੈ ਕਿਉਂਕਿ ਇਹ ਬੀਜੇਪੀ ਇੱਕ ਐਸੀ ਪਾਰਟੀ ਆ ਜਿਹੜੀ ਸੈਕੂਲਰ ਨੂੰ ਵੀ ਸਿਕੂਲਰ ਦੱਸਦੀ ਹੈ। ਔਰ ਸਾਡਾ ਤਾਂ ਗੁਰੂ ਸਾਹਿਬ ਨੇ ਸਾਨੂੰ ਤਾਂ ਸੁਨੇਹਾ ਹੀ ਇਹ ਦਿੱਤਾ, ਸਭੇ ਸਾਂਝੀ ਵਾਲਸ ਦਾ ਕੋਈ ਨਾ ਦਿਸੇ ਬਾਹਰਾ ਜੀਓ। ਪਰ ਖਾਸ ਕਰਕੇ ਜਿਹੜੇ ਇਹ ਵਿਪਲਬ ਦੇਵ ਜੀ ਆ, ਇਹਨਾਂ ਨੇ ਤਾਂ ਪਹਿਲਾਂ ਬਿਹਾਰੀਆਂ ਬਾਰੇ ਵੀ ਬੜੇ ਮਾੜੇ ਬਿਆਨ ਦਿੱਤੇ, ਸਾਡੇ ਹਰਿਆਣੇ ਦੇ ਜਿਹੜੇ ਜਾਟ ਨੇ ਭਰਾ ਉਹਨਾਂ ਬਾਰੇ ਮਾੜੇ ਬਿਆਨ ਦਿੱਤੇ, ਉਹ ਸਿੱਖਾਂ ਬਾਰੇ ਬੜਾ ਇੰਨਾ ਗਲਤ ਬੋਲਿਆ। ਇਹ ਭੁੱਲ ਗਏ ਆ ਵੀ ਜੇ ਅੱਜ ਤੁਸੀਂ ਬੈਠੇ ਹੋ, ਆ ਹੁਣ ਤਾਜ਼ੀ ਗੱਲ ਹੈ ਵੀ ਜਿਹੜਾ ਸਭ ਤੋਂ ਵੱਧ ਤੁਹਾਡੀ ਸੀਮਾ ਤੇ ਅਸੀਂ ਰੱਖਿਆ ਕੀਤੀ, ਸਾਡੇ ਗੁਰਤੇਜ ਸਿੰਘ ਹੋਰਾਂ ਨੇ ਕੀਤੀ ਹੈ, ਸਾਬਕਾ ਫੌਜੀਆਂ ਨੇ। ਮਤਲਬ ਹੋ ਸਕਦਾ ਇਹਨੂੰ ਹਿਸਟਰੀ ਤੋਂ ਨਾ ਜਗਜੀਤ ਸਿੰਘ ਅਰੋੜਾ ਸਾਹਿਬ ਤੋਂ ਨਾ ਵਾਕਿਫ ਹੋਣ ਇਹ, ਜਾਂ ਹੋਰ ਆਪਣੀ ਸਾਰੀ ਜਿਹੜੀ ਹਿਸਟਰੀ ਉਹ ਤੋਂ ਨਾ ਵਾਕਿਫ ਹੋਣ, ਪਰ ਅਸਲ ਜਿਹੜੀ ਕਹਾਣੀ ਉਹ ਇਹ ਹੈ, ਬੜਾ ਵੱਡੀ ਮਲੂਕਾ ਸਾਹਿਬ ਨੇ ਵੀ ਗੱਲ ਦੱਸੀ ਹੈ ਸਾਰੀ ਪੁਰਾਣੀ ਹਿਸਟਰੀ ਦੀ। ਪਰ ਅਸਲ ਕਹਾਣੀ ਇਹ ਹੈ ਵੀ ਇਹਨਾਂ ਨੂੰ ਹੁਣ ਡਰ ਨਹੀਂ ਲੱਗਦਾ, ਇਹਨਾਂ ਨੂੰ ਪਤਾ ਵੀ ਜੇ ਕੋਈ ਬੋਲਣ ਵਾਲਾ ਹੈ ਨਹੀਂ। ਬਸ ਇਹੀ ਗੱਲ ਤੇ ਸੰਧਵਾ ਸਾਹਿਬ ਆਉਣਾ ਚਾਹੁੰਦਾ ਸੀ, ਕਾਰਨ ਕੀ ਹੈ ਵੀ ਜਿਹੜਾ ਡਰ ਖਤਮ ਹੋਇਆ, ਇਹਦੇ ਪਿੱਛੇ ਕਾਰਨ ਕੀ ਹੈ? ਇਹਦੇ ਪਿੱਛੇ ਕਾਰਨ ਕੀ ਰਿਹਾ? ਸਾਡੀਆਂ ਉਹ ਨਲਾਇਕੀਆਂ ਜਿਹੜੀਆਂ ਅਸੀਂ ਬੋਲੇ ਨਹੀਂ, ਜਾਂ ਉਹ ਨਲਾਇਕੀ ਜਦੋਂ ਅਸੀਂ ਕਦਮ ਚੁੱਕਣੇ ਸੀ ਨਹੀਂ ਚੁੱਕੇ? ਬਿਲਕੁਲ ਇਹ ਸਾਡੀ ਇਹੀ ਨਲਾਇਕੀ ਆ। ਅੱਜ ਵੀ ਜੇ ਸਾਡੀ ਸਤਿਕਾਰਯੋਗ ਭੈਣ ਜੀ ਜਿਹੜੇ ਦਿੱਲੀ ਮੰਤਰੀ ਬਣੇ ਬੈਠੇ ਆ, ਉਹ ਸਿੱਧਾ ਉੱਠ ਕੇ ਕਹਿ ਦਿੰਦੇ ਵੀ ਜਾਂ ਤੂੰ ਅਸਤੀਫਾ ਦੇ ਜਾਂ ਮੈਂ ਅਸਤੀਫਾ ਦਿੰਨੀ ਆ, ਫਿਰ ਅੱਗੇ ਤੋਂ ਬਾਅਦ ਕਿਸੇ ਨੇ ਇਸ ਤਰ੍ਹਾਂ ਦੀ ਹਿਮਾਕਤ ਨਹੀਂ ਕਰਨੀ ਸੀ। ਪਰ ਇਹ ਉਹਨਾਂ ਨੂੰ ਇਹ ਲੋਕਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਸਿਰਫ ਕੁਰਸੀ ਦੀ ਭੁੱਖ ਹੈ, ਇਹਨਾਂ ਨੇ ਸਾਰੇ ਹੱਕ ਹਕੂਕ ਵੇਚ ਛੱਡੇ ਆ। ਸੋ ਕਿਤੇ ਨਾ ਕਿਤੇ ਆਪਾਂ ਨੂੰ ਪੰਜਾਬ ਨਾਲ, ਸਿੱਖਾਂ ਨਾਲ, ਸਾਡੇ ਜਿਹੜੇ ਆਪਦੇ ਹੱਕ ਹਕੂਕ ਆ ਉਹਨਾਂ ਲਈ ਮਤਲਬ ਆਪਦੇ ਡਟਣਾ ਚਾਹੀਦਾ ਹੈ, ਔਰ ਇੱਕ ਤਰੀਕੇਕਾਰ ਖੜਨਾ ਚਾਹੀਦਾ, ਜਿਹੜਾ ਕਿ ਸੇਕ ਵੀ ਲੱਗੇ ਤੇ ਉਹਨਾਂ ਤੱਕ ਗੱਲ ਵੀ ਪਹੁੰਚੇ, ਕੋਈ ਘਾਟੇ ਵੀ ਪੈਣ, ਤਾਂ ਜੋ ਕਿ ਮਜਬੂਰੀ ਬਸ ਕਹਿਣਾ ਪਵੇ ਵੀ ਠੀਕ ਹੈ ਸਾਡੀ ਲੋੜ ਹੈ। ਮੈਂ ਵੀ ਗੱਲ ਪੁੱਛਣੀ ਚਾਹੂੰਗਾ, ਜਿਹੜੀ ਵਜ਼ਾਰਤ ਦੇ ਵਿੱਚ ਸਿੱਖ ਚਿਹਰੇ ਬੈਠੇ ਆ, ਜਿਹੜੇ IAS ਬੈਠੇ ਆ, ਜਿਹੜੇ IRS ਬੈਠੇ ਆ, ਉਹ ਕਿਉਂ ਬਿਠਾਏ ਹੋਏ ਆ? ਜੇ ਬੁੱਧੀਹੀਣ ਲੋਕ ਨੇ ਉਹਨੂੰ ਘਰੇ ਤੋਰ ਦੋ, ਮੈਂ ਬਾਅਦ ਚ ਗੱਲ ਕਰੂੰਗਾ ਕਾਂਗ ਸਾਹਿਬ ਤੋਂ, ਪਰ ਮੈਂ ਮਲਿਕ ਸਾਹਿਬ ਨੂੰ ਜਾਣਨਾ ਚਾहूंगा। मलिक साहब, जाट तो मूर्ख हैं, जाटों को तो मूर्ख बता दिया, ठीक है, वो तो दिमाग है ही नहीं उनके पास, तो उनके पास तो जोर है। तो अब कदम क्या होना चाहिए, स्टेप क्या होना चाहिए? हरियाणा प्रदेश में जाट ज्यादा हैं, और हरियाणा प्रदेश में और जो सरकार है वो बीजेपी की है, कोई स्टेप होगा कोई इसका आगे? देखिए, हरियाणा ही नहीं, राजस्थान है, मध्य प्रदेश है, दिल्ली है और उत्तर प्रदेश है, ये सब जाट बहुल्य राज्य हैं। लेकिन विप्लव देव जी ने जो कहा वो निंदनीय ही नहीं, ये सजा के लायक केस है कि इनको सजा होनी चाहिए। छोटी छोटी बातों पे संविधान का उल्लंघन करने के लिए, जिस संविधान की उन्होंने शपथ लेके मुख्यमंत्री बने बैठे, हाई कोर्ट और सुप्रीम कोर्ट उसको कंडेम करे, और ये कोई नई बात नहीं है। ये तो बीजेपी के अभी चिल्ला रहे हैं
कि अभी पिछले जब मुख्यमंत्री बने मनोहर लाल खट्टर जी, इन्होंने कहा हरियाणा के लोग तो कम देते ऊपर खाली होते हैं। तो ये कोई नई बात नहीं है, कोई बिहारियों को बता देगा, कोई दूसरे को बता देगा। और सिख कौम और जाट कौम के साथ तो क्या ऐसी समस्या है कि सन 80 के बाद एक लगातार टारगेट किए जा रहे, राजनीतिक रूप से भी टारगेट है और सामाजिक रूप से भी टारगेट है। जिस तरह की साजिशें हरियाणा में रची गई, दंगे कराए पार्टी ने खड़े होके, और उसमें जाट नेता भी शामिल थे। मैं दुर्भाग्य मानता हूं कि जो लोग जिन पार्टियों में बैठे, बीजेपी में अगर जाट के नाम पे किसी को टिकट दिया है और वो बात वहां नहीं उठा सकता, तो किस बात का जनप्रतिनिधि है? ये सभी जनप्रतिनिधियों के लिए, जो सिखों के जनप्रतिनिधि बीजेपी में बैठे हैं, अकाली समझौता किए बैठे हैं इनके साथ, उनको प्रधानमंत्री को फोन करना चाहिए। मेरे और आपके कहने से नवज्योति कुछ होना नहीं है, हम यहाँ पे बहस खत्म करेंगे, लेकिन हम लोग नहीं, चलो मलिक जी, हमारे कहने से हो कुछ ना हो, लेकिन हमारा फर्ज कहना है, बोलना है, वो हम जरूर अदा करते रहेंगे। हम उससे पीछे नहीं हटेंगे। फिलहाल एक ब्रेक के लिए रुक रहा हूं, बहुत जल्दी वापस आ रहा हूं। ब्रेक के लिए रुक रहा हूं, बहुत जल्दी वापस आऊंगा। और उस तो पहला ਜਿਹੜਾ ਸਵਾਲ ਅਸੀਂ ਆਪਣੇ ਦਰਸ਼ਕਾਂ ਦੀ ਕਚਹਿਰੀ 'ਚ ਰੱਖਿਆ ਕਿ ਸਿੱਖਾਂ ਤੇ ਜਾਟਾਂ ਕੋਲ ਦਿਮਾਗ ਨਹੀਂ ਹੈ, ਤੁਸੀਂ ਕੀ ਸੋਚਦੇ ਹੋ? 5755 ਤੇ SMS करके भेज सकते हैं। अरे बाप रे, सरकार तो किसको डरता है कि दिमाग कम होता है। ਸਾਰੀ ਸਿੱਖ ਕੌਮ ਦੇ ਉੱਤੋਂ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ। अगर दिमाग की कमी किसी को तो विप्लव देव को ये बीजेपी की कोड़ी मानसिकता दर्शाती है। ਬੀਜੇਪੀ ਦਾ ਕਿ ਉਹਨਾਂ ਦੀ ਸੋਚ ਇਹੀ ਹੈ। This has hurt the sentiments of the people. ਇਹ ਉਹਨਾਂ ਦਾ ਵਿਅਕਤੀਗਤ ਬਿਆਨ ਹੈ।
अपनी सरकार तो किसको डरता ही नहीं, क्योंकि दिमाग कम होता है। ਸਾਰੀ ਸਿੱਖ ਕੌਮ ਦੇ ਉੱਤੋਂ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ। अगर दिमाग की कमी किसी को तो विप्लव देव को ये बीजेपी की कोड़ी मानसिकता दर्शाती है। ਬੀਜੇਪੀ ਦਾ ਕਿ ਉਹਨਾਂ ਦੀ ਸੋਚ ਇਹੀ ਹੈ। This has hurt the sentiments of the people. ਇਹ ਉਹਨਾਂ ਦਾ ਵਿਅਕਤੀਗਤ ਬਿਆਨ ਹੈ। ਵਕਫੇ ਉਪਰੰਤ ਸਵਾਗਤ ਹੈ। ਕੈਨੇਡਾ ਵਰਗਾ ਮੁਲਕ ਜਿਹੜਾ ਹੈ ਉਹ ਸਿੱਖ ਨੂੰ ਆਪਣਾ ਰੱਖਿਆ ਮੰਤਰੀ ਬਣਾ ਲੈਂਦਾ ਹੈ। ਵਿਕਸਿਤ ਮੁਲਕ ਜਿਹੜੇ ਆ ਉਹ ਆਪਣੀ ਫੌਜਾਂ 'ਚ ਜਰਨੈਲ ਥਾਪ ਲੈਂਦੇ ਆ ਤੇ ਸਾਡੇ ਵਾਲੇ ਸਾਨੂੰ ਮੂਰਖ ਦੱਸੀ ਜਾ ਰਹੇ ਆ। ਇੱਕ ਵਾਰ ਚਰਚਾ ਤੋਂ ਫਿਰ ਤੋਂ ਪਰਤਾਂਗਾ। ਤਮਾਮ ਮੁxtਲਿਫ ਦਲਾਂ ਤੋਂ ਸਾਡੇ ਨਾਲ ਨੁਮਾਇੰਦੇ ਜਿਹੜੇ ਆ ਉਹ ਜੁੜੇ ਹੋਏ ਆ। ਸਵਾਲ ਤੁਹਾਡੀ ਟੀਵੀ ਸਕਰੀਨ ਤੇ ਆਪਣਾ ਜਵਾਬ ਹਾਂ ਜਾਂ ਨਾ 57575 ਤੇ SMS ਕਰਕੇ ਭੇਜ ਸਕਦੇ ਹੋ। ਮਲੂਕਾ ਸਾਹਿਬ, ਇੱਕ ਸਵਾਲ ਜਿਹੜਾ ਕਿ ਤੁਹਾਡੇ ਸੂਬੇ ਦੀਆਂ ਨਾਲ ਦੀਆਂ ਪਾਰਟੀਆਂ ਇਹ ਗੱਲ ਕਹਿ ਰਹੀਆਂ ਨੇ ਕਿ ਇਹ ਬੀਜੇਪੀ ਦੀ ਮਾਨਸਿਕਤਾ ਦਾ ਜਿਹੜਾ ਬਿਆਨ ਹੈ, ਮੰਨਦੇ ਹੋ? ਦੇਖੋ, ਮੈਂ ਫਿਰ ਉਸੇ ਗੱਲ ਤੇ ਆਉਣਾ, ਤੁਸੀਂ ਦੂਜੇ ਪਾਸੇ ਲੈ ਜਾਂਦੇ ਕਈ ਵਾਰੀ ਗੱਲ ਕਿ ਅੱਜ ਜਿਹੜੀ ਗੱਲ ਪੰਜਾਬ ਦੇ ਵਿੱਚ ਸਾਡੇ ਕੋਈ ਨੌਜਵਾਨ ਵੱਖਵਾਦੀ ਨਾਅਰੇ ਲਾਉਂਦੇ ਨੇ, ਉਹ ਕਿਉਂ ਲਾਉਣ ਲੱਗੇ ਨੇ? ਇਹਦਾ ਕਾਰਨ ਇਹੀ ਹੈ ਕਿ ਪੰਜਾਬੀਆਂ ਨੂੰ ਤੇ ਖਾਸ ਕਰਕੇ ਸਿੱਖਾਂ ਨੂੰ 73 ਸਾਲ ਦੇ ਵਿੱਚ ਇਨਸਾਫ ਨਹੀਂ ਮਿਲਿਆ। ਬਾਰ-ਬਾਰ ਸਾਡੇ ਨਾਲ ਧੱਕੇ ਹੋ ਰਹੇ ਨੇ। ਅੱਜ ਦੀ ਕਹਾਣੀ ਨਹੀਂ, ਇਹ 1947 ਤੋਂ ਲੈ ਕੇ ਕਹਾਣੀ ਤੁਰੀ ਆਉਂਦੀ ਹੈ। ਮੈਂ ਫਿਰ ਕਹਿਣਾ ਕਿ ਮਾਫੀ ਭਾਵੇਂ ਮੁੱਖ ਮੰਤਰੀ ਨੇ ਮੰਗ ਲਈ ਹੈ, ਪਰ ਮੈਂ ਸਮਝਦਾ ਕਿ ਹੁਣ ਵੇਲਾ ਆ ਗਿਆ ਕੋਈ ਇਹੋ ਜਿਹੀ ਗੱਲ ਬਣਾਈ ਜਾਵੇ ਜਿਹੜੀ ਕਿਸੇ ਦੀ ਜ਼ਰੂਰਤ ਨਾ ਪਵੇ ਕਿਸੇ ਵੀ ਕਮਿਊਨਿਟੀ ਨੂੰ। ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ ਕੱਲਿਆਂ ਦੀ, ਮੈਂ ਕਹਿੰਦਾ ਕਿਸੇ ਵੀ ਕਮਿਊਨਿਟੀ ਨੂੰ ਕੋਈ ਗਲਤ ਗੱਲ ਕਹਿਣ ਦੀ, ਜੇ ਕੋਈ ਕਹਿੰਦਾ ਉਹਦੇ ਤੇ ਤੁਰਤ ਪਰਚਾ ਹੋਵੇ, ਇੱਕ ਸਜ਼ਾ ਦਾ ਪ੍ਰਵਾਨ ਹੋਵੇ। ਹੁਣ ਵੀ ਮੈਂ ਕਹਿੰਦਾ ਕਿ ਮੁੱਖ ਮੰਤਰੀ ਨੇ ਬੜੀ ਘਟੀਆ ਗੱਲ ਕੀਤੀ, ਆਪਣੀ ਘਟੀਆ ਜਹਿਨੀਅਤ ਦਾ ਵਿਖਾਵਾ ਕੀਤਾ। ਉਹਦੇ ਤੇ ਸੈਂਟਰ ਦੀ ਗਵਰਨਮੈਂਟ ਨੂੰ ਕਾਰਵਾਈ ਕਰਨੀ ਚਾਹੀਦੀ ਹੈ, ਉਹਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ। ਇਹੋ ਜਿਹੇ ਬੰਦੇ ਮੁੱਖ ਮੰਤਰੀ ਰਹਿਣ ਦੇ ਕਾਬਿਲ ਨਹੀਂ। ਪਰ ਇਹ ਸਥਿਤੀਆਂ ਤਾਂ ਮੈਂ ਬਾਰ-ਬਾਰ ਪੁੱਛੀ ਜਾਣਾ, ਕਿਉਂਕਿ ਪਹਿਲੀ ਜਿਹੜੇ ਸਾਡੇ ਧਰਮੀ ਅਗਵਾਈਕਾਰਾਂ ਨੇ ਮਾਫੀ ਦੀ ਮੰਗ ਕੀਤੀ, ਮਾਫੀ ਉਹਨਾਂ ਨੇ ਮੰਗ ਲਈ। ਉਹਦੇ ਵਿੱਚ ਵੀ ਇਹ ਕਹਿਤਾ ਵੀ ਜੇ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਂ ਖਿਮਾ ਦਾ ਜਾਚਕਾਂ, ਇਹ ਵੀ ਪੱਲਾ ਝਾੜ ਲਿਆ। ਹੁੰਦਾ ਹਰੇਕ ਵਾਰੀ ਹੈ, ਇਹ ਸਾਡਾ ਸਿਆਸੀ ਲੋਕਾਂ ਦਾ ਪਿਛੋਕੜ ਰਿਹਾ ਹੈ। ਮੈਂ ਕਹਿ ਰਿਹਾ ਇਸ ਤੋਂ ਅੱਗੇ ਤੁਸੀਂ ਵੀ ਬੇਨਤੀ ਕੀਤੀ, ਮੈਂ ਕਹਿ ਰਿਹਾ ਵੀ ਇੱਕ ਪ੍ਰੈਕਟੀਕਲੀ ਕੀ ਹੋਊਗਾ? ਇਹੀ ਤਾਂ ਗੱਲ, ਹਾਂਜੀ, ਮੈਂ ਇਹੀ ਗੱਲ ਕਹਿਣਾ ਹੈ ਕਿ ਮਾਫੀ ਗਲਤੀ ਕਰ ਲੋ, ਕਹਿ ਲੋ, ਕਿਸੇ ਦੀ ਬੇਇੱਜ਼ਤੀ ਕਰ ਦਿਓ, ਫਿਰ ਕਹਿ ਦਿੰਦੇ ਆ ਜੀ ਮਾਫੀ ਮੰਗ ਲਈ ਤੇ ਅਸੀਂ ਚੁੱਪ ਹੋ ਜਾਂਦੇ ਆ। ਇਹ ਗੱਲਾਂ ਹੁਣ ਬੰਦ ਕਰਨੀਆਂ ਚਾਹੀਦੀਆਂ। ਇਹ ਤਾਂ ਜਿਹੜਾ ਕੋਈ ਬੰਦਾ ਗੁਨਾਹ ਕਰਦਾ ਹੈ, ਧਰਮ ਦੇ ਖੇਤਰ ਦੇ ਵਿੱਚ ਕੋਈ ਕਾਨੂੰਨ ਐਸਾ ਬਣਾ ਦੇਣਾ ਚਾਹੀਦਾ ਹੈ, ਉਹਦੇ ਤੇ ਤੁਰਤ ਪਰਚਾ ਦਿੱਤਾ ਜਾਵੇ। ਨਹੀਂ, ਮਲਿਕ ਸਾਹਿਬ ਦੀ ਵੀ ਗੱਲ ਵਾਜਬ ਹੈ, ਉਹਦੇ ਤੇ ਬੈਠਾ ਭਾਵੇਂ ਕੋਈ ਹੈ, ਉਹ ਤੁਹਾਡੀ ਭਾਈਵਾਲ ਪਾਰਟੀ ਤੋਂ ਮੁੱਖ ਮੰਤਰੀ ਨੇ ਤੁਹਾਨੂੰ ਵੀ ਕਰੜਾ ਨੋਟਿਸ ਦੇਣਾ ਚਾਹੀਦਾ ਵੀ ਜੇ ਭਾਈ ਉਹ ਤੇ ਕਾਰਵਾਈ ਨਹੀਂ ਕਰਦੇ, ਇਦਾਂ ਦਾ ਕਾਨੂੰਨ ਨਹੀਂ ਲਿਆਉਂਦੇ ਵੀ ਸਾਡਾ ਤੁਹਾਡੀ ਤੜਿੱਕ ਹੈ। ਮੈਂ ਉਹੀ ਗੱਲ ਫਿਰ ਕਹਿਣਾ ਕਿ ਜਿਹੜੀ ਮਾਨਸਿਕਤਾ ਪੈਦਾ ਕਰਤੀ ਕਾਂਗਰਸ ਪਾਰਟੀ ਨੇ ਲੋਕਾਂ ਦੇ ਮਨ ਦੇ ਵਿੱਚ, ਸਾਨੂੰ ਬਦਨਾਮ ਕਰਤਾ ਸਾਰੇ ਹਿੰਦੁਸਤਾਨ ਦੇ ਵਿੱਚ, ਇਹਦੀਆਂ ਜਿਹੜੀਆਂ ਆਪਾਂ ਵੇਖੀ ਜਾਂਦੇ ਬਾਰ-ਬਾਰ ਸਾਡੇ ਨਾਲ ਇਹ ਹੁੰਦਾ। ਕੋਈ ਅੱਜ ਨਵਾਂ ਨਹੀਂ, ਕਦੇ ਸਾਡਾ ਗੁਰਦੁਆਰਾ ਢਾ ਦਿੱਤਾ ਜਾਂਦਾ, ਕਦੇ ਕਿਤੇ ਕਿਸੇ ਨੂੰ ਕੁਛ ਕਰ ਦਿੱਤਾ ਜਾਂਦਾ। ਸਾਰੇ ਹਲੇ 73 ਸਾਲਾਂ ਦੇ ਵਿੱਚ ਮੈਂ ਕਹਿਣਾ ਹੈ, ਮੈਨੂੰ ਕੋਈ ਡਿੱਕਾ ਨਹੀਂ ਇਸ ਗੱਲ ਦਾ ਕਿ ਸਿੱਖਾਂ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਜਾਂ ਅੱਜ ਕਰ ਰਹੇ ਨੇ, ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਦੀ ਖਾਤਰ, ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ, ਦੇਸ਼ ਦੇ ਭੁੱਖੇ ਲੋਕਾਂ ਦਾ ਢਿੱਡ ਭਰਨ ਦੀ ਖਾਤਰ, ਬਲਕਿ ਉਹਨਾਂ ਨੂੰ ਸ਼ਾਬਾਸ਼ੇ ਦੇਣ ਦੀ ਬਜਾਏ ਬਾਰ-ਬਾਰ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਬੜੀ ਲੰਬੀ ਕਹਾਣੀ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਕਿ ਅੱਜ ਦੀ ਕਹਾਣੀ ਹੈ, ਇਹਦੀ ਸ਼ਲਾਘਾ ਹੈ, ਇਹ ਚੰਗੀ ਗੱਲ ਹੈ। ਮੈਂ ਕਦਮ ਪੁੱਛਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਪੱਧਰ ਦੇ ਉੱਤੇ ਕਦਮ ਕੀ ਹੋਊਗਾ? ਬਸ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਦਮ ਹੈ ਉਹ ਵੇਖੋ, ਕੱਲਾ ਮੈਂ ਨਹੀਂ ਇੱਥੇ ਕੁਝ ਕਹਿ ਸਕਦਾ। ਮੈਂ ਇਹ ਗੱਲ, ਸਾਡੀ ਕੱਲ ਮੀਟਿੰਗ ਹੈਗੀ ਹੈ, ਮੈਂ ਇਹ ਗੱਲ ਪਾਰਟੀ ਸਾਡੀ ਚ ਉੱਠੇਗੀ, ਫੈਸਲਾ ਪਾਰਟੀ ਨੇ ਕਰਨਾ ਸਾਰੀ ਨਾ। ਪਰ ਮੈਂ ਆਪਣੇ ਲੈਵਲ ਤੇ, ਜਿਹੜਾ ਪਰਸਨਲ ਲੈਵਲ ਤੇ ਹੈ, ਕਿ ਮੈਂ ਇਸ ਗੱਲ ਦੀ ਘੋਰ ਨਿੰਦਿਆ ਕਰਦਾ। ਮੈਂ ਕਹਿੰਦਾ ਮੁੱਖ ਮੰਤਰੀ ਇਹੋ ਜਿਹੀ ਜਹਿਨੀਅਤ ਦੇ ਮਾਲਕ ਦੇ ਬੰਦੇ ਨੂੰ ਮੁੱਖ ਮੰਤਰੀ ਰਹਿਣ ਦਾ ਹੀ ਹੱਕ ਨਹੀਂ ਹੈਗਾ, ਕਿਉਂਕਿ ਮੁੱਖ ਮੰਤਰੀ ਸਾਰੀ ਸਟੇਟ ਦੇ ਲੋਕਾਂ ਦਾ ਰਾਖਾ ਹੁੰਦਾ ਹੈ। ਭਾਵੇਂ ਕਿਸੇ ਵੀ ਧਰਮ ਦੇ ਲੋਕ ਸਟੇਟ ਦੇ ਵਿੱਚ ਰਹਿੰਦੇ ਨੇ, ਸਾਰਿਆਂ ਤੇ ਉਹਦੀ ਡਿਊਟੀ ਹੁੰਦੀ ਹੈ
ਤੇ ਜਿਹੜਾ ਮੁੱਖ ਮੰਤਰੀ ਇੰਨੀ ਦੂਰ ਬੈਠੇ ਲੋਕਾਂ ਨੂੰ ਜਾਂ ਸਾਰੇ ਦੇਸ਼ ਦੇ ਲੋਕਾਂ ਨੂੰ ਜਾਂ ਵਿਦੇਸ਼ ਦੇ ਲੋਕਾਂ ਨੂੰ, ਤੁਸੀਂ ਵੀ ਜਿਵੇਂ ਕਿਹਾ ਹੈ ਕਿ ਦੁਨੀਆ ਦੇ ਵਿੱਚ ਤਾਂ ਸਿੱਖਾਂ ਦੀ ਇੱਜ਼ਤ ਹੋ ਰਹੀ ਹੈ, ਦੁਨੀਆ ਦੇ ਵਿੱਚ ਤਾਂ ਸਿੱਖਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾ ਰਹੇ ਆ, ਤੇ ਇਹ ਲੋਕਾਂ ਦੀ ਇੰਨੀ ਨੀਵੀਂ ਪੱਧਰ ਆ ਗਈ ਕਿ ਇਹ ਘੱਟ ਦਿਮਾਗ ਵਾਲੇ ਦੱਸ ਰਹੇ ਆ, ਤੇ ਫਿਰ ਫੌਜਾਂ ਦੇ ਵਿੱਚੋਂ ਸਿੱਖਾਂ ਨੂੰ ਕੱਢ ਦਿਓ ਜੇ ਘੱਟ ਦਿਮਾਗ ਵਾਲੇ ਆ, ਨਾਲੇ ਪਤਾ ਲੱਗ ਜੂਗਾ। ਸਾਡੇ ਹੋਰ ਪੈਨਲਿਸਟ ਕੋਲੇ ਇੱਕ ਵਾਰੀ ਜ਼ਰੂਰ ਜਾਊਂਗਾ। ਮਲਿਕ ਸਾਹਿਬ, ਤੁਹਾਡਾ मैं इत्थे जवाब जरूर जानूंगा। जो ये बात बार बार उठ रही है कि ये बयान जो है खाली उनका बयान नहीं है, ये बीजेपी का बयान है, ये बीजेपी की मानसिकता है, क्या आप इससे इत्तेफाक रखते हैं? बिल्कुल मैं इत्तेफाक रखता हूं। जहां इनको ट्रेनिंग दी जाती है जातिवाद फैलाओ, धार्मिक फैलाओ, इनके खिलाफ गलत बोल लो, ये कोई पहला मुद्दा नहीं है। दूसरी बात, देश के प्रधानमंत्री की जिम्मेदारी है कि अपने मुख्यमंत्रियों को कंट्रोल रखे और जो वे गलत करे उसका जवाब ले उनसे। अगर देश के प्रधानमंत्री उनसे जवाब नहीं लेंगे तो वे तो खुलेआम कल भी कुछ बोलेंगे, दूसरा मुख्यमंत्री बोलेगा, तीसरा बोलेगा, खट्टर साहब ने बोला, अब इन्होंने बोल दिया। तो अब ये तो एक सीधी सीधी सी बात है कि जब तक जवाबदेही फिक्स नहीं करेगा पार्टी का नेता, यहाँ कांग्रेस और बीजेपी की बात नहीं है। अगर कांग्रेस ने कुछ गलत किया उसने जवाबदेही फिक्स करनी है, बीजेपी के किसी आदमी ने गलत किया तो जवाबदेही पार्टी फिक्स करे। और जनता की ये जिम्मेदारी है, मैं भी अपने लोगों से बात करूंगा, इनके खिलाफ मुकदमा भी दर्ज कराएं। और मुकदमा इसलिए दर्ज नहीं होता क्योंकि ऊपर से पुलिस सरकार के अंडर में है, अगर मुकदमा दर्ज कर भी लेंगे कोई तो उसके खिलाफ कुछ होता नहीं है। राजनीतिक दल तो आपस में, देखिए, सामाजिक रूप से कोई किसी भी जाति हार्ड को, स्टेप होने चाहिए, यानी कि लेने चाहिए, डिसमिस ਕਰਨ ਤੱਕ ਦੀ ਵੀ ਇਹਦੇ ਵਿੱਚ ਪ੍ਰਾਵਧਾਨ ਯਾਨੀ ਕਿ ਰੱਖਣਾ ਚਾਹੀਦਾ। ਵਿਰਕਾ ਸਾਹਿਬ, ਗੱਲ ਮੁੜ ਕੇ ਉੱਥੇ ਖੜੀ ਹੋ ਜਾਂਦੀ ਹੈ। ਹਾਲਾਂਕਿ ਮੈਂ ਹਮੇਸ਼ਾ ਇਹਨਾਂ ਚੀਜ਼ਾਂ ਦਾ ਇਸ ਡਿਬੇਟਸ ਦੇ ਅੰਦਰ ਖੰਡਨ ਕਰਦਾ ਰਿਹਾ ਵੀ ਕਿਸੇ ਵੀ ਜ਼ੁਲਮ ਨੂੰ ਕਿਸੇ ਵੀ ਜ਼ੁਲਮ ਨਾਲ ਤੋਲ ਕੇ, ਕਿਸੇ ਵੀ ਤਸ਼ੱਦਦ ਨੂੰ ਕਿਸੇ ਵੀ ਤਸ਼ੱਦਦ ਨਾਲ ਤੋਲ ਕੇ ਉਹਨੂੰ ਬਰਾਬਰ ਨਹੀਂ ਕਰ ਦੇਣਾ ਚਾਹੀਦਾ, ਪਲੱਸ ਮਾਈਨਸ ਵਾਲਾ ਹਿਸਾਬ ਨਹੀਂ ਹੋਣਾ ਚਾਹੀਦਾ। ਮੈਂ ਗੱਲ ਹਮੇਸ਼ਾ ਇਹ ਗੱਲ ਕਹਿੰਦਾ ਆਇਆ ਵੀ ਜ਼ੁਲਮ ਉਹ ਵੀ ਜ਼ੁਲਮ ਸੀ ਤੇ ਜ਼ੁਲਮ ਹੈ ਜਿਹੜਾ ਸਾਡੇ ਸਮੇਂ 'ਚ ਹੋਇਆ, ਜਿਹੜੀ ਸਾਡੇ ਅੱਖਾਂ ਸਾਹਮਣੇ ਹੋਇਆ। ਸਵਾਲ ਦਾ ਆਉਣ ਵਾਲੀਆਂ ਕੌਮਾਂ ਸਾਡੇ ਤੋਂ, ਆਉਣ ਵਾਲੀ ਜਨਰੇਸ਼ਨ ਸਾਡੇ ਤੋਂ ਪੁੱਛਣਗੇ ਤੁਸੀਂ ਕੀ ਕੀਤਾ ਸੀ। ਪਰ ਫਿਰ ਸਵਾਲ ਤੁਹਾਡੇ ਪਾਰਟੀ ਤੇ ਆ ਖੜਾ ਹੁੰਦਾ ਹੈ ਕਿ ਇਹ ਬੀਜ ਤੁਸੀਂ ਬੀਜੇ ਸੀ, ਇਹ ਫਟਾਰੇ ਉਹ ਫੁੱਟ ਰਹੇ ਆ, ਕਿਉਂਕਿ ਤੁਹਾਡੇ ਲੀਡਰ ਵੀ ਇਹ ਗੱਲਾਂ ਕਹਿ ਦਿੰਦੇ ਨੇ, ਹੁਆ ਤਾਂ ਹੁਆ ਫਿਰ ਕਿਆ ਹੋ ਗਿਆ। ਨਵਜੋਤ, ਸਵਾਲ ਇਸ ਗੱਲ ਦਾ ਕਿ ਅੱਜ ਇੱਕ ਬੀਜੇਪੀ ਦੇ ਮੁੱਖ ਮੰਤਰੀ ਨੇ ਜਿਹੜੀ ਟਿੱਪਣੀ ਕੀਤੀ ਹੈ, ਅੱਜ ਸਵਾਲ ਉਸ ਗੱਲ ਦਾ ਹੈ। ਔਰ ਮੈਂ ਦੇਖ ਰਿਹਾ ਸੀ ਕਿ ਜਿਸ ਤਰ੍ਹਾਂ ਹੱਥ ਕੰਬ ਰਹੇ ਸੀ ਮਲੂਕਾ ਸਾਹਿਬ ਦੇ, ਜ਼ੁਬਾਨ ਲੜਖੜਾ ਰਹੀ ਸੀ, ਔਰ ਬੀਜੇਪੀ ਦਾ ਡਰ ਇਹਨਾਂ ਖੌਫ ਇਹਨਾਂ ਸੀ ਇਹਨਾਂ ਦੇ ਅੰਦਰ, ਤੇ ਇਹ ਵਿਚਾਰੇ ਬੋਲਣ ਲੱਗਿਆ ਘਬਰਾ ਰਹੇ ਸੀ, ਇਹ ਬੋਲਣ ਲੱਗਿਆ ਘਬਰਾ ਰਹੇ ਸੀ। ਔਰ ਇਹ ਦੂਸਰੀ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਬਈ ਮੈਂ ਮਾਨਸਿਕਤਾ ਦੀ ਗੱਲ ਕੀਤੀ ਸੀ। ਮਾਨਸਿਕਤਾ ਦੀ ਕਹਾਣੀ ਇਹ ਹੈ ਕਿ ਇਹ ਜਿਹੜੇ ਬੀਜੇਪੀ ਦੇ ਤਲਵੇ ਚੜਦੇ ਆ, ਉਹ ਇਹਨਾਂ ਨੂੰ ਪੁੱਛੋ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਅੱਜ ਜਿਹੜੇ ਹੈਗੇ ਆ, ਉਸ ਵਕਤ ਮੁੱਖ ਮੰਤਰੀ ਸੀ, ਉੱਥੇ 25,000 ਸਿੱਖਾਂ ਨੂੰ ਗੁਜਰਾਤ ਨਿਕਾਲੇ ਦਾ ਆਰਡਰ ਕੀਤਾ ਹੋਇਆ, ਅੱਜ ਵੀ ਉਹ ਕੇਸ ਵਾਪਸ ਨਹੀਂ ਲਿਆ। ਔਰ ਇਹਨਾਂ ਦਾ ਸਟੈਂਡ ਕੀ ਹੈ ਅਕਾਲੀ ਦਲ ਦਾ? ਯੂਪੀ ਦੇ ਵਿੱਚੋਂ 5,000 ਸਿੱਖਾਂ ਨੂੰ ਜ਼ਮੀਨਾਂ ਖੋ ਕੇ ਇਹ ਯੂਪੀ ਨਿਕਾਲੇ ਦਾ ਆਰਡਰ ਕੀਤਾ ਹੋਇਆ, ਉਸ ਤੇ ਕੀ ਮਾਨਸਿਕਤਾ ਇਹਨਾਂ ਦੀ? ਔਰ ਵੱਖ-ਵੱਖ ਗੁਰਦੁਆਰਿਆਂ ਨੂੰ ਤੋੜਿਆ ਜਾ ਰਿਹਾ ਹੈ। ਔਰ ਤੁਸੀਂ ਇਸ ਗੱਲ ਵਾਸਤੇ ਤੁਸੀਂ ਅੱਜ ਉਹਨਾਂ ਦੇ ਭਾਈਵਾਲ ਬਣ ਕੇ ਬੈਠੇ ਹੋਏ ਹੋ। ਔਰ ਤੁਸੀਂ ਅੱਜ ਉਸ ਮੁੱਖ ਮੰਤਰੀ ਜਿਨੇ ਕਿ ਸਿੱਖਾਂ ਦੇ ਖਿਲਾਫ ਨਸਲਿਕ ਟਿੱਪਣੀ ਕੀਤੀ ਹੋਵੇ ਔਰ ਤੁਸੀਂ ਬੋਲਣ ਲਈ ਤਿਆਰ ਨਹੀਂ, ਤੁਹਾਨੂੰ ਇਹਨਾਂ ਡਰ ਪਿਆ। ਮੈਂ ਉਹਨਾਂ ਠੀਕ ਹੈ ਕੰਗ ਸਾਹਿਬ ਸੁਣਦਾ ਤੁਹਾਡੀ ਗੱਲ। ਤੁਹਾਡੇ ਅੰਦਰ ਗੈਰਤ ਹੈ ਨਾ ਮਲੂਕਾ ਸਾਹਿਬ, ਅਗਰ ਇੱਕ ਲਾਈਨ 'ਚ ਮੈਂ ਕਹਿ ਰਿਹਾ, ਅਗਰ ਤੁਹਾਡੇ ਅੰਦਰ ਇੰਨੀ ਗੈਰਤ ਹੈ ਨਾ ਤੇ ਜਾਓ ਪੁਲਿਸ ਸਟੇਸ਼ਨ ਦੇ ਅੰਦਰ ਜਾ ਕੇ FIR ਦਰਜ ਕਰਾਓ ਉਹਦੇ ਖਿਲਾਫ। ਮੈਂ ਸਮਝਾਂਗਾ ਕਿ ਤੁਸੀਂ ਜਿਹੜੇ ਆ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੇ ਹੋ। ਠੀਕ ਹੈ ਵੇਰਕਾ ਸਾਹਿਬ, ਥੋੜਾ ਸਮੇਂ ਦੀ ਲਿਆਕਤ ਨੂੰ ਦੇਖਦਾ ਹੋਇਆ ਕੰਗ ਸਾਹਿਬ ਮੇਰੇ ਖਿਆਲ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਕੰਗ ਸਾਹਿਬ ਦੇਣਾ ਚਾਹ ਰਹੇ, ਬਾਅਦ ਚ ਮੈਂ ਮਲੂਕਾ ਸਾਹਿਬ ਤੋਂ ਵੀ ਲੈ ਲਾਂਗਾ। ਹਾਂਜੀ ਕੰਗ ਸਾਹਿਬ ਜੀ, ਇਹ ਸੰਗ ਪਾੜੀ ਜਾਂਦੇ ਆ ਵੇਰਕਾ ਸਾਹਿਬ। ਪਹਿਲਾਂ ਇਹਨਾਂ ਨੂੰ ਯਾਦ ਕਰਾਦਾ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਉਹਨਾਂ ਨੂੰ ਤੇ ਮੰਤਰੀ ਬਣਾਉਂਦੇ ਰਹੇ ਸੱਜਣ ਕੁਮਾਰ ਟਾਈਟਲਰ ਨੂੰ। ਔਰ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ ਸਿੱਖਾਂ ਦੇ ਕਤਲੇਆਮ ਤੇ ਕਿ ਵੱਡਾ ਪੇੜ ਗਿਰਦਾ ਹੈ ਤੇ ਕੰਗ ਸਾਹਿਬ ਮੈਂ ਇੱਕ ਗੱਲ ਪੁੱਛਣੀ ਚਾਹੂੰਗਾ, ਮੈਂ ਸਾਰੇ ਤੋਂ ਗੱਲ ਪੁੱਛਣੀ ਚਾਹੂੰਗਾ।
ਉਹ ਹੋਇਆ ਬਹੁਤ ਮਾੜਾ ਹੋਇਆ, ਅਤ ਦੁਖਦਾਈ ਹੈ, ਅਸੀਂ ਉਸ ਨੂੰ ਕਦੇ ਨਹੀਂ ਭੁਲਾ ਸਕਦੇ। ਉਹ ਸਾਡੇ ਮੱਥਿਆਂ ਦੇ ਉੱਤੇ ਉਕਰਿਆ ਹੋਇਆ ਹੈ, ਉਹ ਐਡਾ ਮਾਸਕਰ, ਅਸੀਂ ਉਹਨੂੰ ਕਦੇ ਨਹੀਂ ਭੁਲਾ ਸਕਦੇ। ਕੀ ਹੁਣ ਅਸੀਂ ਉਹਦੇ ਉੱਤੇ ਸਿਆਸਤ ਕਰਦੇ ਰਹਾਂਗੇ? ਮੇਰਾ ਸਿੱਧਾ ਸਵਾਲ ਹੈ, ਜੇ ਉਹਨਾਂ ਨੇ ਇਦਾਂ ਕੀਤਾ ਕੀ ਤੁਸੀਂ ਵੀ ਆਹੀ ਰਾਹ ਤੇ ਤੁਰੋਗੇ? ਮੈਨੂੰ ਸਵਾਲ ਦਾ ਜਵਾਬ ਦਿਓ, ਕੀ ਤੁਸੀਂ ਵੀ ਆਹੀ ਰਾਹ ਤੇ ਤੁਰੋਗੇ ਵੀ ਉਹਨਾਂ ਨੇ ਐ ਕੀਤਾ, ਉਹਨਾਂ ਨੇ ਅਹੁਦਿਆਂ ਨਾਲ ਨਵਾਜ਼ਤਾ, ਪਦਵੀਆਂ ਨਾਲ? ਉਹ ਤਾਂ ਮੁੱਖ ਮੰਤਰੀ, ਤੁਹਾਡੇ ਵੀ ਮੁੱਖ ਮੰਤਰੀ ਨੇ ਜਵਾਬ ਦਿੱਤਾ ਹੈ, ਤੁਹਾਡੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ। ਕੀ ਤੁਹਾਡਾ ਮੁੱਖ ਮੰਤਰੀ ਵੀ ਹੁਣ ਮੁੱਖ ਮੰਤਰੀ ਬਣਿਆ ਰਹੂਗਾ? ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਨਹੀਂ ਤੁਸੀਂ ਜਵਾਬ ਦਿਓ। ਮੇਰੇ ਕੋਲ ਜਵਾਬ ਲੈ ਲਓ ਨਾ, ਮੈਨੂੰ ਟਾਈਮ ਤੇ ਦੇ ਦਿਓ। ਤੁਸੀਂ ਵੇਰਕਾ ਸਾਹਿਬ ਲਈ ਸਾਰਾ ਟਾਈਮ ਰੱਖਿਆ ਹੋਇਆ। ਸੰਧਵਾ ਸਾਹਿਬ ਕਹਿ ਰਹੇ ਆ, ਹੁਣ ਸੰਧਵਾ ਸਾਹਿਬ, ਕੇਜਰੀਵਾਲ ਸਾਹਿਬ ਤੇ ਸੰਜੇ ਕੁਮਾਰ ਦੀ ਜਿਹੜੀ ਵੀਡੀਓ ਆਈ ਸੀ ਜਿਹਦੇ ਵਿੱਚ ਪੰਜਾਬੀਆਂ ਦਾ ਮਖੌਲ ਉਹਨਾਂ ਨੇ ਉਡਾਇਆ, ਐਕਸਪਲੋਇਟ ਕੀਤਾ। ਕੰਗ ਸਾਹਿਬ 1 ਮਿੰਟ ਲਈ, ਕੰਗ ਸਾਹਿਬ 1 ਮਿੰਟ ਲਈ ਪੌਜ਼ ਹੋਣਗੇ। ਕੰਗ ਸਾਹਿਬ 1 ਮਿੰਟ ਲਈ ਪੌਜ਼ ਹੋਣਗੇ, 1 ਮਿੰਟ ਲਈ ਰੁਕੋਗੇ। ਕੰਗ ਸਾਹਿਬ 1 ਮਿੰਟ ਲਈ ਰੁਕੋਗੇ। ਮੇਰੀ ਬੇਨਤੀ ਹੈ, ਇਹ ਸਾਰੇ ਮਾੜੇ ਨੇ, ਇਹ ਸਾਹਮਣੇ ਸਾਰੇ ਸਾਡੇ ਸਾਹਮਣੇ ਬੈਠੇ ਆ, ਸਾਰੇ ਮਾੜੇ ਆ। ਮੈਂ ਕਹਿੰਦਾ ਮੇਰੇ ਉੱਤੇ ਮਾਣਹਾਨੀ ਦਾ ਦਾਵਾ ਕਰਾ ਦੇਣ। ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣੀ ਚਾਹਨਾ, ਤੁਹਾਡੇ ਤੋਂ ਇੱਥੇ ਸਪਸ਼ਟਤਾ ਲੈਣਾ ਚਾਹੁੰਦਾ। ਇਹ ਸਾਰੇ ਮਾੜੇ ਆ, ਇਹਨੇ ਸਾਰੇ 1 ਮਿੰਟ, ਇਹ ਮੇਰੇ ਉੱਤੇ ਭਾਵੇਂ ਮਾਣਹਾਨੀ ਦਾ ਮੁਕੱਦਮਾ ਦਰਜ ਕਰਾ ਦੇਣ, ਇਹ ਸਾਰੇ ਮਾੜੇ ਆ। ਇਹਨਾਂ ਦੀ ਪਾਰਟੀਆਂ ਦੇ ਲੱਖਾਂ ਲੋਕਾਂ ਨੇ ਮਾੜੀ ਕੀਤੀਆਂ ਨੇ ਤੇ ਮਾੜੀਆਂ ਭੁਗਤ ਵੀ ਰਹੇ ਆ। ਮੈਨੂੰ ਇਹ ਗੱਲ ਦੱਸ ਦਿਓ, ਤੁਸੀਂ ਤਾਂ ਬਹੁਤ ਸਾਫ਼ ਸੁਥਰੇ ਹੋ, ਤੁਹਾਡੀ ਪਾਰਟੀ ਜਿਹੜਾ ਆ ਜਾਂਦਾ ਉਹ ਦੁੱਧ ਧੋਤਾ ਹੋ ਕੇ ਨਿਕਲ ਜਾਂਦਾ, ਸਾਰੇ ਜੁਰਮ ਸਾਫ਼ ਹੋ ਜਾਂਦੇ, ਸਜ਼ਾਵਾਂ ਮਾਫ਼ ਹੋ ਜਾਂਦੀਆਂ ਨੇ। ਹੁਣ ਤੁਹਾਡੀ ਪਾਰਟੀ ਦੇ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ, ਕੀ ਹੁਣ ਉਹਦੇ ਉੱਤੇ ਕਾਰਵਾਈ ਹੋਏਗੀ ਜਾਂ ਨਾ ਹੋ ਕੇ ਤੁਸੀਂ ਵੀ ਇਹਨਾਂ ਦੇ ਭਾਗੀਦਾਰ ਬਣੋਗੇ? ਬਸ ਇਹ ਦੇ ਦਿਓ ਜਵਾਬ। ਮੈਂ ਤੇ ਆਪਣੀ ਗੱਲ ਇੱਥੋਂ ਸ਼ੁਰੂ ਕੀਤੀ ਤੇ ਜਿਹੜਾ ਮੁੱਖ ਮੰਤਰੀ ਤ੍ਰਿਪੁਰਾ ਨੇ ਬਿਆਨ ਦਿੱਤਾ, ਅਸੀਂ ਬਿਲਕੁਲ ਸਹਿਮਤ ਨਹੀਂ ਹੈ। ਔਰ ਮੈਂ ਤੇ ਕੱਲ ਇਹਨਾਂ ਨੂੰ ਸਿੱਖਾਂ ਦਾ ਇਤਿਹਾਸ ਭੇਜਿਆ। ਉਹ ਤੇ ਵੀ ਕਹੀ ਜਾਂਦੇ ਨੇ, ਕਾਂਗਰਸ ਦੇ ਲੱਖਾਂ ਲੀਡਰ ਕਹੀ ਜਾਂਦੇ ਆ, ਹਜ਼ਾਰਾਂ ਲੀਡਰ ਕਹੀ ਜਾਂਦੇ ਆ ਉਹ ਗਲਤ ਹੋਇਆ ਸੀ, ਉਹਦੇ ਨਾਲ ਸਹਿਮਤ ਨਹੀਂ ਹੋਇਆ। ਕੀ ਗਿਆ, ਕੀ ਹੋ ਗਿਆ? ਕਿਸੇ ਨੂੰ ਇਨਸਾਫ ਮਿਲ ਗਿਆ? ਉਹਨੇ ਜਿਹੜਾ ਬਿਆਨ ਦਿੱਤਾ ਹੈ ਉਹ ਨਾ ਬਰਦਾਸ਼ਤ ਕਰਨਯੋਗ ਹੈ, ਨਿੰਦਣਯੋਗ ਹੈ। ਅਸੀਂ ਤਾਂ ਕਹਿ ਰਹੇ ਹਾਂ, ਔਰ ਸਾਡੀ ਪਾਰਟੀ ਦਾ ਬਿਆਨ ਨਹੀਂ ਹੈ। ਇਹ ਬਿਆਨ ਵੇਰਕਾ ਸਾਹਿਬ ਦੇ ਦੇਣਗੇ। ਪਹਿਲਾਂ ਵੇਰਕਾ ਸਾਹਿਬ ਨੇ 20 ਵਾਰੀ ਇਹ ਬਿਆਨ ਦਿੱਤਾ ਹੈ ਕਿ ਜੋ 84 ਚ ਹੋਇਆ ਬਹੁਤ ਗਲਤ ਹੈ। ਰਾਹੁਲ ਗਾਂਧੀ ਹੋਰਾਂ ਨੇ ਕਹਿਤਾ ਕਿ ਗਲਤ ਹੈ। ਉਹ ਤਾਂ ਹੋਇਆ ਕੀ? ਮੈਂ ਤਾਂ ਇਹ ਗੱਲ ਪੁੱਛਦਾ ਕਿ ਫਿਰ ਇਹ ਗੱਲ ਬਿਆਨ ਦੇ ਕੇ ਤੁਸੀਂ ਵੀ ਇਹਨਾਂ ਦੇ ਭਾਗੀਦਾਰ ਬਣ ਰਹੇ ਹੋ। ਗੱਲ ਤਾਂ ਇਹ ਹੈ। ਬਿਲਕੁਲ ਨਹੀਂ। ਜਿਹੜਾ ਇਹ ਯੂਪੀ ਦੀ ਗੱਲ ਕੀਤੀ ਹੈ ਇਹਨਾਂ ਨੇ, ਚਲੋ ਇਹ ਸਮਾਂ ਦੱਸੇਗਾ। ਇਹ ਸਵਾਲ ਦਾ ਜਵਾਬ ਭਵਿੱਖ ਦੇ ਗਰਭ ਚ ਪਿਆ ਹੈ। ਭਵਿੱਖ ਤੋਂ ਭਾਵ ਕੁਝ ਦਿਨਾਂ ਤੋਂ, ਕੁਝ ਮਹੀਨਿਆਂ ਤੋਂ। ਮਲੂਕਾ ਸਾਹਿਬ ਉਂਗਲ ਖੜੀ ਕਰ ਰਹੇ, ਮੈਂ ਮਲੂਕਾ ਸਾਹਿਬ ਕੋਲੇ ਜਾਊਂਗਾ। ਹਾਂਜੀ ਮਲੂਕਾ ਸਾਹਿਬ, ਮੇਰੀ ਬੇਨਤੀ ਹੈ ਕਿ ਵੇਰਕਾ ਸਾਹਿਬ ਕਹਿੰਦੇ ਉਹਦੇ ਹੱਥ ਕੰਬਦੇ ਸੀ, ਤੇ ਮੈਂ ਹੈਰਾਨ ਹੈ ਏਡੇ ਵੱਡੇ ਲੀਡਰ ਕਿਹੋ ਜਿਹੀਆਂ ਗੱਲਾਂ ਬੈਠ ਕੇ ਟੀਵੀ ਤੇ ਕਰਦੇ ਨੇ। ਵੇਰਕਾ ਸਾਹਿਬ, ਮੈਂ ਗੁਰੂ ਮਹਾਰਾਜ ਤੋਂ, ਪ੍ਰਮਾਤਮਾ ਤੋਂ, ਸੱਚੇ ਪਾਤਸ਼ਾਹ ਤੋਂ ਕੱਲਾ ਡਰਦਾ, ਹੋਰ ਮੈਂ ਕਿਸੇ ਤੋਂ ਨਹੀਂ ਡਰਦਾ। ਮਤ ਸੋਚ ਤੁਸੀਂ ਵੀ ਮੈਂ ਕਿਸੇ ਤੋਂ ਡਰਦਾ। ਮੈਂ ਜੋ ਗੱਲ ਕਰਦਾ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ। ਮੈਂ ਉਹੀ ਗੱਲ ਕਹਿਣਾ ਕਿ ਜਦੋਂ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸੀ, ਜਦੋਂ ਹਜ਼ਾਰਾਂ ਸਿੱਖ ਦਿੱਲੀ ਚ ਮਾਰੇ ਸੀ, ਤੁਹਾਡੀ ਜ਼ਮੀਰ ਕਿੱਥੇ ਗਈ ਸੀ? ਤੁਸੀਂ ਜ਼ਮੀਰ ਨੂੰ ਕਿੱਥੇ ਲੈ ਕੇ ਗਏ ਸੀ? ਤੁਹਾਡੀ ਕਿਸੇ ਦੀ ਜ਼ਰੂਰਤ ਨਾ ਪਈ, ਨਾ ਅਸਤੀਫਾ ਦੇਣ ਦੀ ਪਈ। ਵੱਡੇ ਲੀਡਰ ਤੁਹਾਡੇ ਉੱਥੇ, ਰਾਸ਼ਟਰਪਤੀ ਸੀ, ਸਪੀਕਰ ਸੀ ਲੋਕ ਸਭਾ ਦੇ ਵਿੱਚ, ਵਜ਼ੀਰ ਸੀ ਕੈਬਨਿਟ ਦੇ ਵਿੱਚ, ਕਿਸੇ ਹੀ ਧਾਨਕ ਜਾਗਦੀ ਤੁਹਾਡੇ ਦੇ ਵਿੱਚ। ਅਸੀਂ ਤਾਂ ਹੁਣ ਵੀ ਕਹਿੰਦੇ ਆ ਉੱਥੋਂ ਦੇ ਤ੍ਰਿਪੁਰਾ ਦੇ ਮੁੱਖ ਮੰਤਰੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਮੰਗ ਕਰਦੇ ਆ ਦਲੇਰੀ ਨਾਲ। ਤੁਹਾਡੇ ਤਾਂ ਇੰਨੀ ਵੀ ਜ਼ਰੂਰਤ ਨਹੀਂ ਸੀ, ਐਡੀ ਵੱਡੇ ਕਤਲਾਮ ਨੂੰ ਮਾੜਾ ਕਹਿ ਦੇਣ ਦੀ ਵੀ ਜ਼ਰੂਰਤ ਨਹੀਂ ਤੁਸੀਂ ਤਾਂ ਕੀਤੀ। ਤੁਹਾਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਵੇਰਕਾ ਸਾਹਿਬ, ਤੁਸੀਂ ਬੋਲਣ ਨੂੰ ਮਰਦੇ ਜਿਨ੍ਹਾਂ ਨੇ ਨਿਹੱਥੇ ਲੋਕਾਂ ਦਾ ਕਤਲਾਮ ਕੀਤਾ। ਇਹਨਾਂ ਨੇ ਸੱਜਣ ਕੁਮਾਰ ਨੂੰ ਤਗਮੇ ਲਾਏ ਆ। ਇਹ ਕਿਹੜੇ ਮੂੰਹ ਨਾਲ ਵੇਰਕਾ ਸਾਹਿਬ ਗੱਲ ਕਰ ਰਹੇ? ਅੱਜ ਤੱਕ ਗਾਂਧੀ ਫੈਮਿਲੀ ਨੇ ਦਰਬਾਰ ਸਾਹਿਬ ਆ ਕੇ ਮਾਫੀ ਨਹੀਂ ਮੰਗੀ। ਵਿਪਲਵ ਕੁਮਾਰ ਨੇ ਗਲਤੀ ਕੀਤੀ ਆ, ਬਰਦਾਸ਼ਤ ਕਰਨ ਯੋਗ ਨਹੀਂ ਹੈ, ਲੇਕਿਨ ਉਹਨੇ ਫਿਰ ਵੀ ਮਾਫੀ ਮੰਗ ਲਈ ਆ। ਲੇਕਿਨ ਫਿਰ ਵੀ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਅੱਜ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਪੁੱਛੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੁੱਛੋ, ਉਹ ਇਸ ਗੱਲ ਦਾ ਜਵਾਬ ਦੇਣਗੇ ਤੁਹਾਨੂੰ। ਜਿਹੜੇ ਕਹਿ ਰਹੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਿ ਅੱਜ ਸਿੱਖ ਮੋਦੀ ਦੇ ਰਾਜ ਚ ਸੁਰੱਖਿਅਤ ਨਹੀਂ ਹੈ, ਅੱਜ ਸੁਰੱਖਿਅਤ ਨਹੀਂ ਹੈ। ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਂਗਰਸ ਦੇ ਰਾਜ ਦਾ ਬਹੁਤ ਸੁਰੱਖਿਅਤ ਸੀਗੇ। ਕਾਂਗਰਸ ਦੇ ਰਾਜ ਦਾ ਇੰਨੇ ਸੁਰੱਖਿਅਤ ਸੀਗੇ। ਰਾਜ ਵੇਰਕਾ ਜੀ, ਕਾਂਗਰਸ ਦੇ ਰਾਜ ਦਾ ਇੰਨਾ ਸੁਰੱਖਿਅਤ ਸੀ। 10,000 ਸਿੱਖ ਮਾਰਤਾ ਸੀ, 10,000 ਸਿੱਖ ਮਾਰਤਾ ਸੀ ਵੇਰਕਾ ਸਾਹਿਬ, 10,000 ਸਿੱਖ ਮਾਰਤਾ ਸੀ। ਦੇਖੋ ਜੀ, ਜਿਹੜੇ ਮੌਜੂਦਾ ਕਾਰਵਾਈ ਦੀ ਹੈ, ਮੈਂ ਮਲੂਕਾ ਗਲਾਂ 'ਚ ਟਾਇਰ ਸੰਧਵਾ ਸਾਹਿਬ, ਇੱਕ ਮਿੰਟ ਸਾਰੇ ਮਾਫੀ ਚਾਹੁੰਦਾ। ਸੰਧਵਾ ਸਾਹਿਬ ਦੀ ਗੱਲ ਸੁਣ ਲਓ। ਸੰਧਵਾ ਸਾਹਿਬ, ਹਰਮੰਦਰ ਸਾਹਿਬ ਤੇ ਹਮਲਾ ਕਰਤਾ। ਤੁਹਾਡੇ ਵੇਲੇ ਬਹੁਤ ਸੁਰੱਖਿਅਤ ਸੀ ਸਿੱਖ, ਕੋਈ ਅੰਤਾ ਤੁਹਾਡੇ ਵੇਲੇ ਕਿੰਨੇ ਸਿੱਖ ਸੁਰੱਖਿਅਤ ਸੀ? ਮੈਂ ਮਾਨਯੋਗ ਮਲੂਕਾ ਸਾਹਿਬ ਦਾ ਬੜਾ ਧੰਨਵਾਦੀ ਆ। ਉਹਨਾਂ ਨੇ ਇਹ ਗੱਲ ਬਿਲਕੁਲ ਗੱਲ ਨੂੰ ਤਸਲੀਮ ਕਰ ਲਿਆ ਵੀ ਬੀਜੇਪੀ ਦੀ ਜਿਹੜੀ ਮਾਨਸਿਕਤਾ ਪੰਜਾਬੀ ਤੇ ਪੰਜਾਬੀਅਤ ਦੇ ਵਿਰੋਧੀ ਹੈ।
ਔਰ ਬੀਜੇਪੀ ਨੇ ਸੰਘੀ ਢਾਂਚੇ ਨੂੰ ਵੀ ਤਬਾਹ ਕਰਤਾ, ਇਹ ਵੀ ਮੰਨਿਆ ਜਾ ਰਿਹਾ, ਲੋਕਾਂ ਨੇ ਮੰਨ ਲਿਆ ਸਾਰਿਆਂ ਨੇ। ਬੀਜੇਪੀ ਨੇ ਕਿਸਾਨਾਂ ਦਾ ਜਿਹੜਾ MSP ਤੇ ਵੀ ਪ੍ਰਹਾਰ ਕਰਤਾ। ਬੀਜੇਪੀ ਨੇ ਹੁਣ ਆਪਣੀਆਂ ਜਿਹੜੀਆਂ ਸਾਡੇ ਭਾਈਚਾਰੇ ਨੂੰ ਵੀ ਤੋੜਨ ਦੀ ਗੱਲ ਕਰ ਰਹੇ ਆ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕਿਹੜੇ ਮਤਲਬ ਕਿਹੜੀ ਗੱਲ ਦਾ ਉਹਨਾਂ ਦੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਰੱਖੀ ਬੈਠੇ ਆ। ਕੀ ਲਾਲਚ ਆ? ਜਿਹੜਾ ਤੁਸੀਂ ਸਟੈਂਡ ਪੁੱਛਿਆ ਨਾ ਵੀ ਸਟੈਂਡ ਕੀ ਲਓਗੇ, ਇਹ ਸਟੈਂਡ ਹੁਣ ਇਹ ਲੈਣਗੇ ਵੀ ਕੁਰਸੀ ਨੂੰ ਘੁੱਟ ਕੇ ਜੱਫੀ ਪਾ ਲੈਣਗੇ। ਮਤਲਬ ਗੱਲ ਇਹ ਆ ਕੁਰਸੀ ਖਾਤਰ ਸਾਰੇ ਕਾਸੇ ਨੂੰ ਤਲਾਂਜਲੀ ਦਿੱਤੀ ਹੋਈ ਆ। ਔਰ ਦੂਜੀ ਗੱਲ ਮੈਂ ਤਾਂ ਕਹਿ ਦਿੰਦਾ ਵੀ ਕੇਜਰੀਵਾਲ ਸਾਹਿਬ ਨੇ, ਸੰਜੇ ਸਿੰਘ ਨੇ, ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੇ ਨਾ ਪੰਜਾਬੀਆਂ ਦਾ ਕਦੇ ਮਜ਼ਾਕ ਉਡਾਇਆ, ਨਾ ਉਡਾਉਣ ਦੀ ਸੋਚ ਸਕਦੇ ਆ। ਹਾਂ, ਸਾਨੂੰ ਜ਼ਰੂਰ ਸ਼ਰਮ ਕਰ ਲੈਣੀ ਚਾਹੀਦੀ ਆ। ਸਾਨੂੰ ਜ਼ਰੂਰ ਸ਼ਰਮ ਕਰ ਲੈਣੀ ਚਾਹੀਦੀ ਆ। ਕਮਰੇ 'ਚ ਸਾਨੂੰ ਔਰ ਪੰਜਾਬ ਦੇ ਲੋਕਾਂ ਦਾ ਮਜ਼ਾਕ ਸਾਹਿਬ ਆਪਾਂ ਇਹਨਾਂ ਗੱਲਾਂ ਤੇ ਨਾ ਬੈਸੀਏ। ਗੱਲਾਂ ਦੇਖੋ ਜਿਹੜੀਆਂ ਤੁਹਾਡੀ ਸਟੇਟ ਦੇ ਅੰਦਰ ਹੋ ਰਹੀਆਂ ਨੇ, ਜਿਹੜੇ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਨੇ, ਨੌਜਵਾਨਾਂ ਨੂੰ ਉਹਨਾਂ ਕਾਨੂੰਨਾਂ ਦੇ ਤਹਿਤ ਬੁਲਾਇਆ ਜਾ ਰਿਹਾ ਹੈ ਤੇ ਡਰਦੇ ਮਾਰੇ ਹੋ ਸੁਸਾਈਡ ਕਰ ਰਹੇ ਨੇ। ਸਾਨੂੰ ਚੀਜ਼ਾਂ ਦੇਖਣ ਦੀ ਲੋੜ ਹੈ, ਨਾ ਕਿ ਇਹ ਚੀਜ਼ਾਂ ਨੂੰ ਬਰਾਬਰ ਤੋਲਣ ਦੀ ਲੋੜ ਹੈ। ਇੱਕ ਕੰਡੇ 'ਚ ਪਾ ਲਓ, ਇੱਕ ਉਹ 'ਚ ਪਾ ਲਓ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਦੀ ਪੁਸ਼ਤਪਨਾਹੀ ਕਰ ਰਹੇ ਹਾਂ, ਇਹੋ ਜਿਹੀਆਂ ਪਾਰਟੀਆਂ 'ਚ ਬੈਠੇ ਆ, ਉਹਨਾਂ ਦੇ ਖਿਲਾਫ ਐਕਸ਼ਨ ਦੀ ਤਾਂ ਮੰਗ ਕਰ ਲਓ। ਕਮ ਸੇ ਕਮ ਰੋਕਣਾ ਪੈ ਰਿਹਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਉਮੀਦ ਹੈ ਕਿ ਤੁਸੀਂ ਸਭ ਨੇ ਜੋ ਆਪਣੀ ਗੱਲ ਰੱਖਣੀ ਸੀ ਉਹ ਜ਼ਰੂਰ ਰੱਖੀ ਗਈ ਹੈ। ਤੁਸੀਂ ਆਏ, ਸਮਾਂ ਕੱਢਿਆ, ਤੁਹਾਡਾ ਮਸ਼ਕੂਰ ਹਾਂ, ਧੰਨਵਾਦੀ ਹਾਂ। ਤੁਸੀਂ ਗੱਲ ਕੀਤੀ ਔਰ ਸਵਾਲ ਦਾ ਜਵਾਬ ਜੋ ਅਸੀਂ ਚਰਚਾ ਦੇ ਵਿੱਚ ਪੁੱਛਿਆ ਸੀ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ, ਸਵਾਲ ਇਸੇ ਕਰਕੇ ਪੁੱਛਿਆ ਸੀ। ਇਹ ਮੁੱਖ ਮੰਤਰੀ ਨੇ ਜੋ ਬਿਆਨ ਦਿੱਤਾ ਉਸ ਦੇ ਹਵਾਲੇ ਤੋਂ ਪੁੱਛਿਆ ਸੀ। ਸਾਡਾ ਕੋਈ ਨਿੱਜੀ ਜਾਂ ਕੋਈ ਆਪਦਾ ਕੋਈ ਸਵਾਲ ਨਹੀਂ ਜਾਂ ਕਿਸੇ ਦੀ ਭਾਵਨਾਵਾਂ ਨੂੰ ਸਵਾਲ ਨਹੀਂ। ਉਹਨਾਂ ਨੇ ਬਿਆਨ ਦਿੱਤਾ ਸੀ ਵੀ ਸਿੱਖਾਂ ਦੇ ਜੱਟਾਂ ਕੋਲ ਦਿਮਾਗ ਨਹੀਂ। ਮੈਂ ਇਹੀ ਗੱਲ ਆਪਣੇ ਆਡੀਅנס ਨੂੰ ਪੁੱਛਣਾ ਚਾਹੁੰਦਾ ਸੀਗਾ ਤੇ ਉਹ ਆਡੀਅנס ਜਿਹੜਾ ਹੈ 75% ਨਾ ਦੇ ਵਿੱਚ ਜਵਾਬ ਦੇ ਕੇ 25% ਹਾਂ ਦੇ ਵਿੱਚ ਖੜੇ ਹੁੰਦੇ ਆ।